ਕੱਲ੍ਹ ਨੂੰ ਸਾਧ ਸੰਗਤ ਜੀ ਇਹ ਚੱਲ ਰਹੇ ਸਮਾਗਮਾਂ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਕੱਲ੍ਹ ਨੂੰ 11 ਤਰੀਕ ਨੂੰ ਸ਼ਾਇਦ ਸਾਧ ਸੰਗਤ ਜੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਤੇ ਬਹੁਤ ਵਾਰ ਆਪਣਾ ਜਿਹੜਾ ਮਨ ਹੈ ਉਹ ਇਸ ਅਧੇੜਬਣ 'ਚ ਹੀ ਪਿਆ ਰਹਿੰਦਾ, ਚਲੋ ਕੋਈ ਨਹੀਂ ਅਗਲੇ ਸਾਲ ਛਕ ਲਵਾਂਗੇ, ਅਗਲੇ ਸਾਲ ਛਕ ਲਵਾਂਗੇ। ਅਸਲ ਵਿੱਚ ਸਾਧ ਸੰਗਤ ਜੀ ਇਹ ਇੱਕ ਪੱਥਰ ਤੇ ਲਿਖੀ ਹੋਈ ਲਕੀਰ, ਇੱਕ ਚਿੱਟੀ ਧੁੱਪ ਵਰਗਾ ਦਿਨ ਸੂਰਜ ਦੇ ਦਿਨ ਵਰਗਾ ਸੱਚ ਹੈ ਭਈ ਕਲਿਆਣ ਅੰਮ੍ਰਿਤ ਛਕੇ ਤੋਂ ਬਾਅਦ ਹੀ ਹੋਣੀ ਆ। ਆਪਣੀ ਮਰਜ਼ੀ ਅੱਜ ਛਕ ਲਈਏ, ਇਸ ਜਨਮ 'ਚ ਛਕ ਲਈਏ, 10 ਜਨਮ ਤੁਰ ਫਿਰ ਕੇ ਛਕ ਲਵਾਂਗੇ, 20 50 100 200 400 ਜਨਮ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਨੇ ਮੋਹਰ ਲਗਾ ਦਿੱਤੀ ਹੈ, ਕਲਿਆਣ ਆਪਣੀ ਅੰਮ੍ਰਿਤ ਛਕਣ ਤੋਂ ਬਾਅਦ ਹੀ ਹੋਣੀ ਹੈ। ਇਹ ਤੁਸੀਂ ਲਿਖ ਲੈਣਾ ਹਿਰਦੇ ਤੇ, ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਜੇ ਆਪਾਂ ਇਤਿਹਾਸ ਵਾਚਦੇ ਹਾਂ ਬਹੁਤ ਸਾਰੇ ਬਚਨ ਆਪਾਂ ਨੂੰ ਐਸੇ ਮਿਲ ਜਾਣਗੇ। ਪਰ ਜਿੱਥੇ ਭਾਈ ਦਿਆਲ ਦਾਸ ਜੀ ਤੋਂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਪ੍ਰਸ਼ਾਦਾ ਹੀ ਨਹੀਂ ਸੀ ਸਕਿਆ, ਆਖਿਆ ਸੀ ਤੂੰ ਅੰਮ੍ਰਿਤ ਛਕੇਂਗਾ ਫਿਰ ਤੇਰੇ ਤੋਂ ਪ੍ਰਸ਼ਾਦਾ ਛਕਾਂਗੇ। ਇਹ ਅੰਮ੍ਰਿਤ ਦੀ ਸ਼ਕਤੀ ਸੀ। 7 ਤੇ 9 ਸਾਲ ਦਾ ਬੱਚਾ ਨੀਹਾਂ 'ਚ ਖੜ ਕੇ, ਜਿੱਥੇ ਕੋਈ ਵੀ ਆਪਣਾ ਨਹੀਂ ਸੀ, ਸਾਰੀ ਬਗਾਨਿਆਂ ਦੀ ਸਭਾ ਸੀ, ਤਕੜੀਆਂ ਤਕੜੀਆਂ ਛਾਤੀਆਂ ਵਾਲੇ 1.5 2 ਫੁੱਟੇ ਜਿਨ੍ਹਾਂ ਦੇ ਸਿਰ ਤੇ ਕੁਲੇ ਸਨ, ਉਹ ਲਾਲ ਨੇਤਰਾਂ ਵਾਲੇ 7 ਤੇ 9 ਸਾਲ ਦੇ ਬੱਚਿਆਂ ਨੂੰ ਹਰ ਤਰ੍ਹਾਂ ਦਾ ਭਿਆਨਕ ਡਰ ਦੇ ਕੇ ਡਰਾਉਣਾ ਚਾਹੁੰਦੇ ਸਨ, ਸਾਡੀ ਈਨ ਮੰਨ ਲੈਣ। ਤੇ 7 ਤੇ 9 ਸਾਲ ਦੇ ਬੱਚੇ ਜੇ ਅੱਗੇ ਕਹਿੰਦੇ ਸਨ ਨਾ ਵੀ ਤੁਸੀਂ ਸਾਨੂੰ ਡਰਾਉਂਦੇ ਕਿਸ ਗੱਲ ਕਰਕੇ ਜੇ, ਜਿਹੜਾ ਡਰ ਮੌਤ ਦਾ ਤੁਸੀਂ ਸਾਨੂੰ ਦੇ ਰਹੇ ਆ, ਬਹੁਤ ਸਾਲ ਪਹਿਲਾਂ ਅਸੀਂ ਉਹ ਖੰਡੇ ਵਿੱਚ ਬਾਟੇ ਵਿੱਚ ਖੰਡੇ ਨਾਲ ਘੋਲ ਕੇ ਪੀ ਲਿਆ, ਇਸ ਕਰਕੇ ਸਾਨੂੰ ਮੌਤ ਡਰਾ ਨਹੀਂ ਸਕਦੀ। ਉਹ ਅੰਮ੍ਰਿਤ ਦਾ ਅਸਰ ਸੀ, ਨਹੀਂ ਤੇ ਬੱਚੇ ਨੂੰ ਡਰਾਉਣਾ ਕੋਈ ਔਖਾ ਨਹੀਂ ਹੁੰਦਾ। ਉਹਨਾਂ ਡਰਾ ਕੇ ਦੇਖ ਲਿਆ, ਉਹਨਾਂ ਲਾਲਚ ਦੇ ਕੇ ਦੇਖ ਲਿਆ। ਉਹਨੇ ਕਿਹਾ ਤੁਹਾਡੀਆਂ ਕਚਹਿਰੀਆਂ ਚੱਲਿਆ ਕਰਨਗੀਆਂ, ਤੁਸੀਂ ਹਾਥੀਆਂ ਘੋੜਿਆਂ ਦੀਆਂ ਸਵਾਰੀਆਂ ਕਰਿਆ ਕਰੋਗੇ। ਵਜੀਦੇ ਨੇ ਆਖਿਆ ਮੇਰੀ ਤਰ੍ਹਾਂ ਫੈਸਲੇ ਕਰਿਆ ਕਰੋਗੇ ਤੁਸੀਂ ਇੱਥੇ ਬੈਠ ਕੇ, ਸਿਰਫ ਇੱਕ ਵਾਰ ਕਹਿ ਦਿਓ ਅਸੀਂ ਸਿੱਖ ਨਹੀਂ। ਤੁਹਾਡੀ ਕਚਹਿਰੀ ਲੱਗਿਆ ਕਰੇਗੀ, ਤੁਹਾਡੇ 4 ਨਿਕਾਹ ਕਰਾਵਾਂਗਾ ਮੈਂ, ਤੁਸੀਂ ਮੁੱਖ ਤੋਂ ਜੋ ਬੋਲਦੇ ਹੋ ਕਿ ਉਹ ਸੁੱਖ ਦਾ ਮੈਂ ਪ੍ਰਬੰਧ ਕਰ ਦਿਆਂਗਾ। ਪਰ ਸਾਹਿਬਜ਼ਾਦਿਆਂ ਨੇ ਆਖਿਆ ਸੀ ਜੁੱਤੀ ਦੀ ਨੋਕ ਨਾਲ ਠਕਰਾਉਣੇ ਅਸੀਂ ਤੇਰਾ ਸਾਰਾ ਕੁਝ, ਸਾਨੂੰ ਆਪਣੀ ਸਿੱਖੀ ਪਿਆਰੀ ਹੈ। ਬੱਚਿਆਂ ਦੇ ਟੋਟੇ ਕਰਵਾ ਕੇ ਮਾਂ ਵੱਲੋਂ ਸਾਧ ਸੰਗਤ ਜੀ ਗਲ 'ਚ ਪਵਾ ਲੈਣੇ, ਝੋਲੀ ਵਿੱਚ ਬੱਚਿਆਂ ਦੇ ਟੋਟੇ ਰਖਵਾ ਲੈਣੇ। ਮੇਰੇ ਲਈ ਕਹਿਣਾ ਸੌਖਾ ਤੇ ਤੁਹਾਡੇ ਲਈ ਸੁਣਨਾ ਵੀ ਸੌਖਾ, ਪਰ ਇਹ ਬਹੁਤ ਔਖੀ ਘਾਟੀ ਹੈ ਜਿਸ ਵਿੱਚੋਂ ਲੰਘਣਾ ਪਵੇ। ਮਾਂ ਜਾਣਦੀ ਹੈ ਉਹ ਆਪਣੇ ਬੱਚੇ ਨੂੰ ਕਿੰਨਾ ਕੁ ਪਿਆਰ ਕਰਦੀ ਹੈ। ਕੋਈ ਵੀ ਪੈਮਾਨਾ ਅੱਜ ਤੱਕ ਇਹ ਨਾਪ ਕੇ ਤੋਲ ਕੇ ਮਿਣ ਕੇ ਦੱਸ ਨਹੀਂ ਸਕਿਆ ਮਾਂ ਆਪਣੇ ਬੱਚੇ ਨੂੰ ਕਿੰਨਾ ਕੁ ਪਿਆਰ ਕਰਦੀ ਹੈ। ਪਰ ਉਸ ਮਾਂ ਨੂੰ ਇਹ ਆਖਿਆ ਜਾਏ, ਇੱਕ ਬੱਚਾ ਉਹਦੇ ਗਲ ਨਾਲ ਚੰਬੜਿਆ, ਉਹਦੀ ਬਾਂਹ ਫੜ ਕੇ ਜਲਾਦ ਉਹਨੂੰ ਉੱਪਰ ਸੁੱਟ ਕੇ ਥੱਲੇ ਨੇਜਾ ਕਰ ਦਿੰਦਾ, ਤੇ ਦੂਜੇ ਗੋਦ ਵਾਲੇ ਬੱਚੇ ਦੀ ਬਾਂਹ ਫੜ ਕੇ ਅਗਰ ਜਲਾਦ ਆਖੇ ਵੀ ਸਿਰਫ ਇੱਕ ਵਾਰ ਤੂੰ ਇੱਕ ਬਚਨ ਕਹਿ ਦੇ ਅਸੀਂ ਸਿੱਖ ਨਹੀਂ, ਆ ਹੁਣੇ ਕਾਲ ਕੋਠੀ ਦਾ ਦਰਵਾਜ਼ਾ ਖੋਲ੍ਹਦੇ ਜਾ, ਆਪਣੇ ਬੱਚੇ ਨੂੰ ਲੈ ਕੇ ਤੂੰ ਨਿਕਲ ਜਾ। ਇੱਕ ਬੱਚਾ ਮਾਂ ਦਾ ਉਹਦੇ ਜਿਗਰ ਦਾ ਟੋਟਾ ਨੇਜੇ ਤੇ ਟੰਗਿਆ ਹੋਵੇ ਤੇ ਦੂਜੇ ਬੱਚੇ ਦੀ ਬਾਂਹ ਜਲਾਦ ਨੇ ਫੜੀ ਹੋਵੇ, ਤੇ ਫਿਰ ਵੀ ਮਾਂ ਆਖੇ ਅਸੀਂ 10ਵੇਂ ਪਾਤਸ਼ਾਹ ਜੀ ਦੀਆਂ ਪੁੱਤਰੀਆਂ, ਸਾਨੂੰ ਆਪਣਾ ਧਰਮ ਪਿਆਰਾ। ਤੇ ਉਹ ਮਾਂ ਸਾਧ ਸੰਗਤ ਜੀ ਅਸਲ 'ਚ ਜਾਣਦੀ ਵੀ ਇਸ ਅੰਮ੍ਰਿਤ ਦਾ ਤੇ ਸਿੱਖੀ ਦਾ ਮੁੱਲ ਕੀ ਹੈ। ਆਪਾਂ ਨੂੰ ਤਾਂ ਬੇਨਤੀਆਂ ਕਰਨੀਆਂ ਪੈਂਦੀਆਂ ਨਾ ਵੀ ਅੰਮ੍ਰਿਤ ਛਕੋ ਜੀ, ਤੁਸੀਂ ਅੰਮ੍ਰਿਤ ਛਕੋ ਜੀ। ਜਨਮ ਸਫਲਾ ਛਕਣ ਵਾਲੇ ਦਾ ਹੋਣਾ, ਛਕਣ ਵਾਲੇ ਦਾ ਜਨਮ ਸਫਲਾ ਹੋਵੇਗਾ। ਪਰ ਫਿਰ ਵੀ ਆਪਾਂ ਨੂੰ ਬੇਨਤੀਆਂ ਕਰਨੀਆਂ ਪੈਂਦੀਆਂ, ਕਿਉਂਕਿ ਚਲੋ ਪ੍ਰੇਰਨਾ ਦੇਣੀ ਇਹ ਕੋਈ ਪਾਪ ਨਹੀਂ ਹੁੰਦਾ, ਕੋਈ ਕ੍ਰਹਿਤ ਨਹੀਂ। ਕਿਉਂਕਿ ਜਿੰਨੀ ਦੇਰ ਆਪਾਂ ਨੂੰ ਮਹਾਨਤਾ ਦਾ ਪਤਾ ਨਾ ਲੱਗੇਗਾ ਉਨੀ ਦੇਰ ਸ਼ਾਇਦ ਆਪਣਾ ਮਨ ਵੀ ਤਿਆਰ ਨਹੀਂ ਹੋਵੇਗਾ। ਦੇਖੋ ਬਰਤਨ ਵੇਚਣ ਵਾਲਾ ਆਉਂਦਾ ਨਾ, ਤੇ ਉਹ ਪਹਿਲਾਂ ਬਰਤਨ ਦੀਆਂ ਸਿਫਤਾਂ ਕਰਦਾ, ਉਹ ਟਣਕਾ ਕੇ ਕਹਿੰਦਾ ਜੀ ਆ ਕੱਚ ਦੀਆਂ ਗਲਾਸੀਆਂ ਵੇਚਦੇ ਫਿਰਦੇ ਹੁੰਦੇ ਗੁਰਮੁਖ, ਉਹ ਐਂ ਹੱਥ ਤੇ ਮਾਰ ਮਾਰ ਕੇ ਕਹਿੰਦੇ ਆ ਦੇਖੋ ਜੀ ਕਦੇ ਟੁੱਟ ਨਹੀਂ ਸਕਦੀ, ਇਹ ਬਹੁਤ ਸੋਹਣੀ ਹੈ ਜੀ, ਤੇ ਅਸੀਂ ਆਪਣੇ ਘਰ ਵਰਤਦੇ ਹਾਂ। ਸਿਫਤ ਸੁਣ ਕੇ ਬੰਦੇ ਦਾ ਮਨ ਕਰ ਆਉਂਦਾ ਚਲੋ ਲੈ ਲਓ। ਫਿਰ ਆ ਬਸਤਰ ਲੈਣ ਵਾਸਤੇ ਆਪਾਂ ਬਜਾਜੀ ਦੀ ਦੁਕਾਨ ਤੇ ਜਾਣੇ, ਉਹ ਕਹੇਗਾ ਕਹਿੰਦਾ ਜੀ ਇਹਨੂੰ ਛੀਂਡਾ ਹੀ ਨਹੀਂ ਪੈ ਸਕਦਾ, ਇਹਦਾ ਰੰਗ ਨਹੀਂ ਕਦੇ ਉਤਰਨਾ, ਇਹ ਤੇ ਅਸੀਂ ਵਰਤ ਕੇ ਦੇਖਿਆ ਜੀ, ਮੇਰੀ ਗਰੰਟੀ ਆ, ਤਾਂ ਸਭ ਤੋਂ ਵਧੀਆ ਜਿਹਨੂੰ ਤੁਸੀਂ ਹੱਥ ਲਾ ਦਿੱਤਾ ਉਹ ਸਿਫਤਾਂ ਕਰਦਾ। ਫਿਰ ਆਪਾਂ ਕੱਪੜਾ ਖਰੀਦਦੇ ਹਾਂ। ਕੋਈ ਵੀ ਵਸਤੂ ਤੁਸੀਂ ਫਰਨੀਚਰ ਲੈਣ ਵਾਸਤੇ ਜਾਓ ਉਹਦੀਆਂ ਪਹਿਲਾਂ ਸਿਫਤਾਂ ਹੋਣਗੀਆਂ। ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਦੀ ਸਿਫਤ ਕਰਨੀ ਸਾਡੀ ਡਿਊਟੀ ਹੈ, ਪਰ ਭਲਾ ਛਕਣ ਵਾਲੇ ਦਾ ਹੀ ਹੋਣਾ, ਇਹ ਯਾਦ ਰੱਖਣਾ। ਛਕਾਂਗੇ ਤੇ ਹੀ ਆਪਣਾ ਭਲਾ ਹੋਵੇਗਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਐਸੀ ਕਿਰਪਾ ਕਰ ਦਿੱਤੀ ਹੈ ਇਸ ਦਾਤ ਵਿੱਚ ਭਈ ਜਿਸ ਨੂੰ ਸਾਧ ਸੰਗਤ ਦੀ ਰਸਨਾ ਕਥਨ ਕਰਕੇ ਨਹੀਂ ਦੱਸ ਸਕਦੇ। ਕੰਵਰ ਅਜੀਤ ਸਿੰਘ ਜੀ ਪਟਿਆਲੇ ਵਾਲਿਆਂ ਦਾ ਇੱਕ ਲਿਖਿਆ ਹੋਇਆ ਵਚਨ ਹੈ, ਮੇਰੇ ਕੋਲੇ ਪੋਥੀ ਪਈ ਹੈ ਉਹਨਾਂ ਦੀ, ਉਹ ਬਹੁਤ ਗੁਰਮੁਖ ਨੇ, ਉਹਨਾਂ ਨੇ ਬਹੁਤ ਕੁਝ ਲਿਖਿਆ ਔਰ ਫਰੀ ਲਿਟਰੇਚਰ ਉਹ ਬਣਦੇ ਨੇ ਗੁਰਮਤਿ ਦੇ ਪ੍ਰਚਾਰ ਵਾਸਤੇ। ਉਹਨਾਂ ਨੇ ਇੱਕ ਘਟਨਾ ਲਿਖੀ ਮੈਨੂੰ ਯਾਦ ਆ ਗਈ। ਉਹ ਕਹਿੰਦੇ ਨੇ ਕੰਧ ਸਾਹਿਬ ਬਟਾਲੇ ਤੋਂ ਇੱਕ ਰਾਗੀ ਜਥਾ ਇੱਕ ਵਾਰ ਪੰਜਾਬੋਂ ਬਾਹਰ ਕੀਰਤਨ ਕਰਨ ਵਾਸਤੇ ਗਿਆ ਸੀ, ਕਮੇਟੀ ਵਾਲਿਆਂ ਨੇ ਭੇਜਿਆ। ਉਹਨਾਂ ਦੇ ਜਿਹੜੇ ਮੁੱਖ ਰਾਗੀ ਸਨ ਉਹਨਾਂ ਦਾ ਨਾਮ ਸੀ ਗਿਆਨੀ ਗੁਰਬਚਨ ਸਿੰਘ ਜੀ। ਉਹ ਸਾਧ ਸੰਗਤ ਜਦੋਂ ਗਏ ਉੱਥੇ ਉਹਨਾਂ ਨੇ ਕੀਰਤਨ ਕੀਤਾ। ਉਹ ਕੀਰਤਨ ਸੁਣਨ ਵਾਲਿਆਂ ਵਿੱਚ ਇੱਕ ਮਾਈ ਆਉਂਦੀ ਸੀ ਜਿਹੜੀ ਹਿੰਦੂ ਧਰਮ ਨਾਲ ਸੰਬੰਧ ਰੱਖਦੀ ਹੈ, ਸਨਾਤਨੀ ਪਰਿਵਾਰ ਵਿੱਚੋਂ ਆ, ਆਰੀਆ ਸਮਾਜੀਆਂ ਵਿੱਚੋਂ ਹੈ, ਪਰ ਹੈ ਉਹ ਨੇਕ ਹੈ, ਭਲੀ ਹੈ। ਉਹਨੇ ਕੀਰਤਨ ਸੁਣਿਆ, ਉਹਨੂੰ ਰਾਸ ਆਇਆ, ਉਹਦਾ ਨਾਮ ਸੀ ਧਨ ਦੇਈ।
ਧਨਦੇਈ ਨੇ ਇੱਕ ਦਿਨ ਉਹਨਾਂ ਰਾਗੀ ਸਿੰਘਾਂ ਨੂੰ ਬੇਨਤੀ ਕੀਤੀ, ਗਿਆਨੀ ਗੁਰਬਚਨ ਸਿੰਘ ਜੀ ਨੂੰ, ਜੀ ਜਿਹੜਾ ਤੁਸੀਂ ਕੀਰਤਨ ਇੱਥੇ ਕਰਦੇ ਆ ਗੁਰਦੁਆਰਾ ਸਾਹਿਬ ਵਿੱਚ, ਇਹ ਤੁਸੀਂ ਮੇਰੇ ਘਰ ਕਰ ਸਕਦੇ ਆ? ਤੇ ਰਾਗੀ ਜੀ ਨੇ ਆਖਿਆ, ਜੀ ਇਹ ਪ੍ਰਬੰਧਕਾਂ ਨਾਲ ਗੱਲ ਕਰ ਲਓ ਤੁਸੀਂ ਮਾਤਾ ਜੀ, ਜੇ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ। ਉਹ ਰੋਜ਼ ਆਉਣ ਵਾਲੀ ਸੀ ਗੁਰਦੁਆਰਾ ਸਾਹਿਬ, ਉਹਨੇ ਸਕੱਤਰ ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਸਾਨੂੰ ਕੀ ਇਤਰਾਜ਼ ਹੈ ਜੀ, ਗੁਰਬਾਣੀ ਦਾ ਕੀਰਤਨ ਕਰਨਾ ਤੁਸੀਂ ਆਪਣੇ ਘਰੇ ਕਰਵਾਓ ਭਾਵੇਂ ਜਾ ਕੇ। ਉਹ ਮਾਈ ਧਨਦੇਈ ਗੁਰਦੁਆਰਾ ਸਾਹਿਬ ਤੋਂ ਦਰੀਆਂ ਲੈ ਗਈ, ਚਾਦਰਾਂ ਲੈ ਗਈ, ਜਾ ਕੇ ਵਿਛਾਈ ਕੀਤੀ ਤੇ ਫਿਰ ਉਹਨਾਂ ਨੂੰ ਲੈਣ ਵਾਸਤੇ ਆਈ। ਆਪਣੇ ਘਰੇ ਉਹਨੇ ਆਪਣੀ ਬਰਾਦਰੀ, ਸਾਰੇ ਗਲੀ ਮੁਹੱਲੇ ਦੇ ਲੋਕ ਇਕੱਠੇ ਕੀਤੇ, ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਬੜਾ ਆਨੰਦ ਸਾਰਿਆਂ ਨੇ ਮਾਣਿਆ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਉਹ ਧਨਦੇਈ ਮਾਤਾ ਕਹਿਣ ਲੱਗੀ ਗਿਆਨੀ ਗੁਰਬਚਨ ਸਿੰਘ ਜੀ ਨੂੰ ਵੀ ਤੁਸੀਂ ਜੀ ਮੈਨੂੰ ਕੋਈ ਗੁਰਮੰਤਰ ਦੇ ਕੇ ਜਾਓ, ਮੈਨੂੰ ਬਹੁਤ ਆਨੰਦ ਆਇਆ ਤੁਹਾਡੀ ਵਿਆਖਿਆ ਸੁਣ ਕੇ, ਤੁਹਾਡਾ ਕੀਰਤਨ ਸੁਣ ਕੇ, ਤੇ ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਗੁਰਮੰਤਰ ਦੇ ਕੇ ਜਾਓ। ਉਹ ਕਹਿੰਦੇ ਮਾਤਾ ਜੀ ਸਾਡੇ ਗੁਰਮਤਿ ਵਿੱਚ ਇਹ ਮਰਿਆਦਾ ਨਹੀਂ ਹੈ, ਕੋਈ ਸਿੱਖ ਕਿਸੇ ਨੂੰ ਗੁਰਮੰਤਰ ਨਹੀਂ ਦੇ ਸਕਦਾ, ਗੁਰਮੰਤਰ ਪੰਜ ਪਿਆਰੇ ਹੀ ਦਿੰਦੇ ਨੇ, ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਇਹ ਮਰਿਆਦਾ, ਅਸੀਂ ਗੁਰਮੰਤਰ ਨਹੀਂ ਦੇ ਸਕਦੇ। ਉਹ ਕਹਿੰਦੀ ਨਾ ਜੀ ਨਾ, ਤੁਹਾਨੂੰ ਤਾਂ ਮੈਨੂੰ ਕੁਝ ਕਹਿ ਕੇ ਜਾਣਾ ਪੈਣਾ, ਕੁਝ ਮੈਨੂੰ ਦੱਸ ਦਿਓ ਜਿਹੜਾ ਮੈਂ ਜਪਿਆ ਕਰਾਂ, ਤੁਹਾਨੂੰ ਦੇਣਾ ਪੈਣਾ। ਜਦੋਂ ਬਹੁਤ ਜਿੱਦ ਕੀਤੀ ਉਹ ਕਹਿੰਦੇ ਚਲੋ ਠੀਕ ਹੈ ਮਾਤਾ, ਫਿਰ ਤੂੰ ਆ ਮੂਲ ਮੰਤਰ ਹੈ ਇਹਦਾ ਪਾਠ ਕਰਿਆ ਕਰ। ਉਹਦੀ 11 ਸਾਲ ਦੀ ਪੋਤਰੀ ਸੀ ਧਨਦੇਈ ਦੀ, ਉਹਨੂੰ ਹਿੰਦੀ ਵਿੱਚ ਮੂਲ ਮੰਤਰ ਲਿਖ ਕੇ ਦਿੱਤਾ ਗਿਆਨੀ ਗੁਰਬਚਨ ਸਿੰਘ ਜੀ ਨੇ। 5-7 ਵਾਰੀ ਉਹਨਾਂ ਨੂੰ ਆਪਣੇ ਪਿੱਛੇ ਪਿੱਛੇ ਬੁਲਾਇਆ, ਜਦੋਂ ਬੋਲਣਾ ਆ ਗਿਆ ਤਾਂ ਉਹਨੇ ਕਿਹਾ ਲਓ ਮਾਤਾ ਜੀ ਤੁਸੀਂ ਆਹ ਕਰ ਲਿਆ ਕਰੋ, ਗੁਰਮੰਤਰ ਨਹੀਂ ਅਸੀਂ ਦੇ ਸਕਦੇ, ਪਰ ਆ ਮੂਲ ਮੰਤਰ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ, ਆਪਣੇ ਮੁਖ ਤੋਂ ਉਚਾਰਨ ਕੀਤਾ, ਇਹਨੂੰ ਜਪੋਗੇ, ਇਹਨੂੰ ਪੜੋਗੇ, ਤੁਹਾਡਾ ਭਲਾ ਹੋਵੇਗਾ। ਅੱਛਾ ਹੁਣ ਉਹ ਚੰਗੇ ਖਿਆਲਾਂ ਦੀ ਸੀ, ਚੰਗੇ ਸੰਸਕਾਰ ਸਨ, ਉਹਨੇ ਜਪਣਾ ਸ਼ੁਰੂ ਕਰ ਦਿੱਤਾ ਜੀ, ਜਪਦੀ ਰਹੀ। ਇੱਕ ਦਿਨ ਸਮਾਂ ਆਇਆ ਤੇ ਚੜ੍ਹਾਈ ਕਰ ਗਈ, ਚੜ੍ਹਾਈ ਕਰ ਗਈ, ਉਹਦਾ ਸਰੀਰ ਲੈ ਕੇ ਅੰਤਮ ਸੰਸਕਾਰ ਵਾਸਤੇ ਜਾ ਰਹੇ ਸਨ। ਇਹ ਕੰਵਰ ਅਜੀਤ ਸਿੰਘ ਜੀ ਨੇ ਪੋਥੀ ਤੇ ਲਿਖਿਆ, ਤੇ ਜੇ ਮੈਂ ਭੁੱਲਦਾ ਨਾ ਹੋਵਾਂ ਤੇ 1953 ਦੇ ਲਾਗੇ ਬੰਨੇ ਦੀ ਗੱਲਬਾਤ ਹੈ। ਕੰਧ ਸਾਹਿਬ ਤੋਂ ਰਾਗੀ ਜਥਾ ਗਿਆ ਸੀ ਬਟਾਲੇ ਤੋਂ, ਉਹ ਚੜ੍ਹਾਈ ਕਰ ਗਈ, ਉਹਦਾ ਅੰਤਮ ਸੰਸਕਾਰ ਕਰਨ ਵਾਸਤੇ ਲੈ ਕੇ ਜਾ ਰਹੇ ਸਨ, ਤੇ ਰਸਤੇ ਵਿੱਚ ਪਹੁੰਚੇ ਤੇ ਉਹ ਮਾਤਾ ਉੱਠ ਕੇ ਬੈਠ ਗਈ। ਅੱਜ ਕੱਲ ਬਹੁਤ ਲੋਕ ਮੋਡਰੇਟ ਨੇ, ਤਰਕ ਕਰਦੇ ਨੇ ਬਹੁਤ, ਪਰ ਮੈਂ ਤਾਂ ਨਾਲ ਇਹ ਹਵਾਲਾ ਦੇ ਦਿੱਤਾ ਵੀ ਇਹ ਕੰਵਰ ਅਜੀਤ ਸਿੰਘ ਹੁਣਾਂ ਦੀ ਲਿਖੀ ਹੋਈ ਸੱਚੀ ਘਟਨਾ ਹੈ, ਰਾਗੀ ਸਿੰਘਾਂ ਦੇ ਨਾਲ ਜੋ ਬੀਤੀ। ਉਹ ਜਦੋਂ ਮਾਈ ਉੱਠ ਕੇ ਬੈਠੀ, ਰੌਲਾ ਪੈ ਗਿਆ, ਸਾਰਿਆਂ ਥੱਲੇ ਰੱਖ ਦਿੱਤੇ, ਉਹਦੇ ਨਾਲ ਗੱਲਾਂ ਲੱਗ ਪਏ ਕਰਨ। ਕਹਿੰਦੀ ਵੀ ਗੱਲਾਂ ਬਾਤਾਂ ਬਾਅਦ ਚ, ਪਹਿਲਾਂ ਘਰੇ ਲੈ ਕੇ ਚੱਲੋ ਮੈਨੂੰ ਮੋੜ ਕੇ। ਉਹਨੂੰ ਘਰ ਲੈ ਆਏ ਧਨਦੇਈ ਨੂੰ, ਉਹ ਕਹਿੰਦੇ ਵੀ ਗੱਲ ਦੱਸੋ, ਕਹਿੰਦੀ ਗੱਲ ਮੈਂ ਦੱਸਾਂਗੀ ਬਾਅਦ ਚ, ਪਹਿਲਾਂ ਤੁਸੀਂ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਬੁਲਾ ਕੇ ਲਿਆਓ। ਉਸ ਸੈਕਟਰੀ ਸਾਹਿਬ ਨੂੰ ਸੱਦ ਕੇ ਲਿਆਂਦਾ। ਉਹ ਕਹਿਣ ਲੱਗੀ ਦੇਖੋ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਈ ਮੈਨੂੰ ਤੁਸੀਂ 5 ਪਿਆਰਿਆਂ ਦਾ ਪ੍ਰਬੰਧ ਕਰਕੇ ਤੇ ਅੰਮ੍ਰਿਤ ਛਕਾਓ। ਉਹ ਗੁਰਦੁਆਰਾ ਸੈਕਟਰੀ ਸਾਹਿਬ ਕਹਿਣ ਲੱਗੇ ਵੀ ਮਾਤਾ ਜੀ ਦੇਖੋ ਤੁਹਾਡਾ ਸੰਬੰਧ ਜਿਸ ਪਰਿਵਾਰ ਨਾਲ ਆ ਉਹ ਇਤਰਾਜ਼ ਕਰਨਗੇ, ਅੰਮ੍ਰਿਤ ਛਕਣ ਦੀ ਸਾਰਿਆਂ ਨੂੰ ਖੁੱਲ੍ਹ ਹੈ, ਜਿਹੜਾ ਮਰਜ਼ੀ ਛਕੇ ਆਪਣਾ ਜਨਮ ਸਫਲਾ ਕਰੇ, ਪਰ ਮੈਂ ਇਵੇਂ ਆਪਣੀ ਮਰਜ਼ੀ ਨਾਲ ਕਰ ਨਹੀਂ ਸਕਦਾ। ਉਹ ਕਹਿੰਦੀ ਠੀਕ ਆ, ਸਾਰੇ ਹੀ ਬੈਠੇ ਨੇ ਇਸ ਵੇਲੇ, ਮੇਰਾ ਪਰਿਵਾਰ ਮੇਰੀ ਬਰਾਦਰੀ ਕੋਲ ਆ, ਕਿਸੇ ਨੂੰ ਕੀ ਇਤਰਾਜ਼ ਹੈ, ਜੇ ਕੋਈ ਇਤਰਾਜ਼ ਕਰੇਗਾ ਤੁਸੀਂ ਮਨਾ ਕਰ ਦਿਓ। ਉਹਨਾਂ ਨੇ ਪੁੱਛਿਆ ਜੀ ਤੁਹਾਨੂੰ ਕੋਈ ਇਤਰਾਜ਼ ਨਹੀਂ? ਉਹ ਕਹਿੰਦੇ ਨਾ ਜੀ ਸਾਨੂੰ ਕੀ ਇਤਰਾਜ਼ ਹੈ, ਅਸੀਂ ਤਾਂ ਅਜੇ ਇਹਦੇ ਨਾਲ ਗੱਲਬਾਤ ਕਰਨੀ ਆ, ਵੀ ਮਾਤਾ ਨੂੰ ਤੇ ਲਈ ਜਾਂਦੇ ਸਾਂ, ਸੰਸਕਾਰ ਕਰ ਲਈ ਤੇ ਉੱਠ ਕੇ ਬੈਠ ਗਈ, ਜੇ ਇਹ ਕਹਿੰਦੀ ਆ ਸਾਨੂੰ ਕੋਈ ਇਤਰਾਜ਼ ਨਹੀਂ। ਸੈਕਟਰੀ ਸਾਹਿਬ ਨੇ ਫਿਰ ਪ੍ਰਬੰਧ ਕੀਤਾ, ਮਾਤਾ ਨੇ ਅੰਮ੍ਰਿਤ ਛਕਿਆ, ਉਹਦਾ ਨਾਮ ਰੱਖਿਆ ਧੰਨ ਕੌਰ। ਫਿਰ ਉਹਨੂੰ ਪੁੱਛਿਆ ਹੁਣ ਦੱਸ ਮਾਤਾ ਭਈ ਇਹ ਗੱਲ ਕੀ ਬਣੀ, ਤੂੰ ਤੇ ਚੜ੍ਹਾਈ ਕਰ ਗਈ ਸੀ, ਤੇਰਾ ਤੇ ਅੰਤਮ ਸੰਸਕਾਰ ਕਰਨ ਵਾਸਤੇ ਲਈ ਜਾਂਦੇ ਸਨ। ਉਸ ਮਾਤਾ ਨੇ ਜੋ ਬੋਲ ਕੇ ਦੱਸਿਆ ਸੀ, ਸੰਖੇਪ ਰੂਪ ਮੈਂ ਬੇਨਤੀ ਕਰ ਲੱਗਾ, ਜੋ ਉਹਨਾਂ ਨੇ ਲਿਖਿਆ ਕੰਵਰ ਅਜੀਤ ਸਿੰਘ ਜੀ ਪਟਿਆਲੇ ਵਾਲਿਆਂ ਨੇ। ਉਹ ਕਹਿੰਦੇ ਮਾਤਾ ਧੰਨ ਕੌਰ ਨੇ ਆਖਿਆ ਦੇਖੋ ਮੈਂ ਤਾਂ ਸਰੀਰ ਛੱਡ ਗਈ ਸਾਂ, ਪਰ ਜਿੱਥੇ ਮੈਂ ਗਈ ਕਿਉਂਕਿ ਪਰਉਪਕਾਰੀ ਸੀ, ਚੰਗੀ ਸੀ, ਨੇਕ ਸੀ, ਪਹਿਲਾਂ ਹੀ ਗਈ ਚੰਗੇ ਹੀ ਥਾਂ ਤੇ ਸੀ, ਪਰ ਕਹਿੰਦੀ ਮੈਂ ਆਖਿਆ ਨਹੀਂ ਮੈਂ ਤੇ ਸੱਚਖੰਡ ਜਾਣਾ ਜੇ, ਮੈਂ ਇੱਥੇ ਨਹੀਂ ਰਹਿਣਾ। ਜਦੋਂ ਜਿੱਦ ਕੀਤੀ ਉਹ ਕਹਿੰਦੇ ਠੀਕ ਹੈ ਅਸੀਂ ਤੈਨੂੰ ਸੱਚਖੰਡ ਦੀ ਮਾਤਾ ਲਿਜਾ ਸਕਦੇ। ਉਹਨੇ ਆਖਿਆ ਨਹੀਂ ਮੈਂ ਇੱਥੇ ਰਹਿਣਾ ਹੀ ਨਹੀਂ, ਮੈਨੂੰ ਸੱਚਖੰਡ ਹੀ ਤੁਸੀਂ ਭੇਜੋ, ਕਿਉਂਕਿ ਉਹ ਮੂਲ ਮੰਤਰ ਕਰਦੀ ਸੀ, ਕੁਝ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਚਲੋ ਜੀ ਉਹ ਉਹਨੂੰ ਸੱਚਖੰਡ ਪਹੁੰਚਾਏ। ਜਦੋਂ ਸੱਚਖੰਡ ਗਈ ਤਾਂ ਉਹਨੂੰ ਆਖਿਆ ਭਈ ਮਾਤਾ ਜੀ ਇੱਥੇ ਤੁਸੀਂ ਰਹਿ ਨਹੀਂ ਸਕਦੇ, ਤੁਸੀਂ ਨੇਕ ਜੇ, ਭਲੇ ਜੇ, ਤੁਸੀਂ ਮੂਲ ਮੰਤਰ ਜਪਿਆ, ਠੀਕ ਹੈ ਤੁਸੀਂ ਆ ਗਏ ਜੇ, ਪਰ ਇੱਥੇ ਰਹਿ ਨਹੀਂ ਸਕਦੇ, ਇੱਥੋਂ ਦੇ ਕੁਝ ਨਿਯਮ ਨੇ, ਇੱਥੋਂ ਦੀ ਕੁਝ ਮਰਿਆਦਾ। ਉਹਨੇ ਆਖਿਆ ਜੀ ਦੱਸੋ। ਉੱਥੋਂ ਹੁਕਮ ਹੋਇਆ ਵੀ ਤੂੰ ਵਾਪਸ ਜਾ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, 2.5 ਸਾਲ ਫਿਰ ਤੂੰ ਮੂਲ ਮੰਤਰ ਦਾ, ਗੁਰਮੰਤਰ ਦਾ ਅਭਿਆਸ ਕਰ, ਤੇ ਫਿਰ ਸਦਾ ਵਾਸਤੇ ਤੂੰ ਇੱਥੇ ਹੀ ਆ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਭੇਦ ਹੋ ਜਾਏਂਗੀ। ਉਹ ਕਹਿੰਦੀ ਮੇਰੇ ਕੋਲ 2.5 ਸਾਲ ਦਾ ਸਮਾਂ ਹੈ, ਤੇ ਹੁਣ ਮੇਰਾ ਗੱਲਾਂ ਵਿੱਚ ਸਮਾਂ ਬਰਬਾਦ ਨਾ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ। ਤੇ ਉਹ ਸਾਧ ਸੰਗਤ ਜੀ ਵਾਕਈ ਉਹ 2.5 ਸਾਲ ਉਹਨੇ ਕੱਢੇ, ਪਰ ਉਹਦੇ ਦੁਬਾਰਾ ਚੜ੍ਹਾਈ ਕਰਨ ਤੋਂ ਬਾਅਦ ਪਹਿਲਾਂ ਗਿਆਨੀ ਗੁਰਬਚਨ ਸਿੰਘ ਜੀ ਦੁਬਾਰਾ ਉੱਥੇ ਗਏ ਕੀਰਤਨ ਵਾਸਤੇ, ਫਿਰ ਡਿਊਟੀ ਲੱਗੀ ਉਹਨਾਂ ਦੀ। ਜਿਵੇਂ
ਹਰਿਮੰਦਰ ਸਾਹਿਬ ਤੋਂ ਸਿੰਘਾਂ ਦੀਆਂ ਡਿਊਟੀਆਂ ਲੱਗਦੀਆਂ ਸਾਰੇ ਪੰਜਾਬੋਂ ਬਾਹਰ ਸਾਰੇ ਹਿੰਦੁਸਤਾਨ 'ਚ। ਉਹ ਦੁਬਾਰਾ ਗਏ ਤਾਂ ਉਹਨਾਂ ਨੇ ਸੁੱਤੇ ਸਿੱਧ ਜਾ ਕੇ ਬਚਨ ਕੀਤਾ, ਆਖਿਆ ਜੀ ਉਹ ਜਿਹੜੀ ਮਾਤਾ ਬੜੀ ਜਿੱਦ ਕਰਦੀ ਹੁੰਦੀ ਸੀ, ਕਹਿੰਦੀ ਸੀ ਗੁਰਮੰਤਰ ਦਿਓ ਗੁਰਮੰਤਰ ਦਿਓ, ਬਈ ਉਹਦਾ ਕੀ ਹਾਲ ਹੈ? ਉਹ ਕਹਿੰਦੇ ਕਿ ਹਾਂਜੀ ਜੀ ਤੁਹਾਨੂੰ ਉਹਦਾ ਪਤਾ ਨਹੀਂ, ਉਹ ਤੇ ਕਮਾਲ ਹੀ ਹੋ ਗਈ। ਉਹ ਕਹਿੰਦੇ ਜੀ ਸਾਨੂੰ ਕੀ ਪਤਾ। ਕਹਿੰਦੇ ਆਓ ਫਿਰ ਉਹਦੇ ਘਰੇ ਤੁਹਾਨੂੰ ਲੈ ਕੇ ਚੱਲਦੇ ਹਾਂ। ਜਦੋਂ ਉਹਨਾਂ ਨੂੰ ਗਿਆਨੀ ਗੁਰਬਚਨ ਸਿੰਘ ਜੀ ਦੇ ਜਥੇ ਨੂੰ ਉਹ ਗੁਰਦੁਆਰੇ ਵਾਲੇ ਸਿੰਘ ਇਕੱਠੇ ਹੋ ਕੇ ਮਾਤਾ ਧੰਨ ਕੌਰ ਦੇ ਘਰ ਨੂੰ ਲਈ ਜਾਂਦੇ ਸਨ, ਉਹਨਾਂ ਲਿਖਿਆ ਵੀ ਉਹਦਾ ਘਰ ਨੀਵੇਂ ਥਾਂ ਤੇ ਸੀ ਤੇ ਗਲੀ ਉੱਪਰੋਂ ਥੱਲੇ ਨੂੰ ਉਤਰਦੀ ਸੀ। ਜਦੋਂ ਉਹ ਚੜ੍ਹਾਈ ਉਤਰਦੇ ਪਏ ਸਨ ਤੇ ਉਹੋ ਹੀ ਉਹਦੀ ਪੋਤਰੀ ਜਿਹਨੂੰ ਮੂਲ ਮੰਤਰ ਉਹਨਾਂ ਨੇ ਲਿਖ ਕੇ ਦਿੱਤਾ ਸੀ, ਉਹਨੇ ਬਾਹਰ ਖੇਡਦੀ ਨੇ ਵੇਖ ਲਿਆ ਤੇ ਰੌਲਾ ਪਾਤਾ, ਮਾਤਾ ਤੇਰੇ ਗੁਰੂ ਆ ਗਏ, ਬੇਬੇ ਤੇਰੇ ਗੁਰੂ ਆ ਗਏ। ਉਹ ਕਹਿੰਦੇ ਵੀ ਅਸੀਂ ਉਹਨੂੰ ਆਖਿਆ ਨਹੀਂ ਨਹੀਂ ਪੁੱਤ ਇਦਾਂ ਨਹੀਂ ਆਖੀਦਾ, ਅਸੀਂ ਗੁਰੂ ਨਹੀਂ, ਗੁਰੂ ਸਾਰਿਆਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ। ਪਰ ਚਲੋ ਉਹਨਾਂ ਦੀ ਆਪਣੀ ਬੋਲੀ ਸੀ। ਉਹ ਮਾਤਾ ਬੜੀ ਖੁਸ਼ ਹੋ ਕੇ ਆਈ, ਉਹਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ, ਬਿਠਾਇਆ ਉਹਨਾਂ ਨੂੰ, ਕਹਿੰਦੀ ਤੁਸੀਂ ਮੇਰਾ ਜਨਮ ਸਫਲ ਹੈਗਾ। ਉਹ ਕਹਿੰਦੇ ਮਾਤਾ ਪਰ ਅਸੀਂ ਤਾਂ ਕੁਝ ਹੋਰ ਗੱਲ ਸੁਣੀ ਹੈ, ਉਹ ਦੱਸ ਸਾਨੂੰ ਵੀ ਕਿਵੇਂ ਕਿਵੇਂ ਹੋਇਆ ਸੀ। ਉਸ ਵੇਲੇ ਮਾਤਾ ਧੰਨ ਕੌਰ ਨੇ ਸਾਧ ਸੰਗਤ ਜੀ ਸਾਰੀ ਵਾਰਤਾ ਦੱਸੀ ਸੀ ਵੀ ਮੈਂ ਮਹਾਰਾਜ ਜੀ ਦੇ ਸਰੂਪ 'ਚ ਅਭੇਦ ਹੋ ਕੇ ਉਸ ਅਭੇਦਤਾ ਦਾ ਆਨੰਦ ਮਾਣਨਾ ਚਾਹੁੰਦੀ ਸਾਂ, ਪਰ ਬਿਨਾਂ ਅੰਮ੍ਰਿਤ ਛਕੇ ਤੋਂ ਉੱਥੇ ਟਿਕ ਨਹੀਂ ਸਕਦੀ, ਕਿਉਂਕਿ ਇਹ ਮਰਿਆਦਾ ਬਣਾ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਮੈਂ 2.5 ਸਾਲ ਵਾਸਤੇ ਆਈ ਹਾਂ, ਕੁਝ ਸਮਾਂ ਬਤੀਤ ਹੋ ਗਿਆ, ਜਿਹੜਾ ਬਾਕੀ ਮੇਰਾ ਰਹਿੰਦਾ ਉਹ ਚਲੇ ਜਾਣਾ। ਉਹ ਹੈਰਾਨ ਹੋਏ, ਬਹੁਤ ਹੈਰਾਨ ਹੋਏ। ਆਉਣ ਲੱਗੇ ਕਮੇਟੀ ਨੂੰ ਕਹਿ ਕੇ ਆਏ ਵੀ ਜੇ ਇਹਨੇ ਵਾਕਈ ਆਪਣੇ ਦੱਸੇ ਸਮੇਂ ਤੇ ਚੜ੍ਹਾਈ ਕਰ ਦਿੱਤੀ ਤੇ ਤੁਸੀਂ ਸਾਨੂੰ ਚਿੱਠੀ ਪਾਇਓ, ਕਿਉਂਕਿ ਉਦੋਂ ਚਿੱਠੀਆਂ ਹੀ ਪੈਂਦੀਆਂ ਸੀ, ਵੀ ਤੁਸੀਂ ਸਾਨੂੰ ਚਿੱਠੀ ਪਾ ਕੇ ਦੱਸਣਾ ਵੀ ਵਾਕਈ ਮਾਤਾ ਧੰਨ ਕੌਰ ਉਸੇ ਸਮੇਂ ਤੇ ਚੜ੍ਹਾਈ ਕਰ ਗਈ। ਉਹਨਾਂ ਨੂੰ ਫਿਰ ਕਹਿੰਦੇ ਉਹ ਚਿੱਠੀ, ਉਹ ਕੰਵਰ ਅਜੀਤ ਸਿੰਘ ਜੀ ਕਹਿੰਦੇ ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨਾਲ ਗੱਲਬਾਤ ਕੀਤੀ, ਸਾਰਾ ਕੁਝ ਉਹਨਾਂ ਨੇ ਮੈਨੂੰ ਆਪ ਦੱਸਿਆ। ਕਹਿੰਦੇ ਫਿਰ ਸਾਨੂੰ ਚਿੱਠੀ ਆਈ, ਜਿਹੜਾ ਸਮਾਂ ਮਾਤਾ ਧੰਨ ਕੌਰ ਨੇ ਦਿੱਤਾ ਸੀ ਉਸੇ ਹੀ ਸਮੇਂ ਤੇ ਮਾਤਾ ਨੇ ਚੜ੍ਹਾਈ ਕੀਤੀ। ਇਹ ਅਸਰ ਸੀ ਸਾਧ ਸੰਗਤ ਜੀ ਅੰਮ੍ਰਿਤ ਦੀ ਦਾਤ ਜਿਹੜੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਦਿੱਤੀ। ਜਿਸ ਦਿਨ ਪਹਿਲੇ ਦਿਨ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਪ੍ਰਾਪਤ ਕੀਤਾ ਨਾ ਜੀ, ਸਿਰ ਮੰਗੇ ਸੀ ਕਲਗੀਧਰ ਪਾਤਸ਼ਾਹ ਜੀ ਨੇ, ਸਿਰ ਆਖਿਆ ਸੀ ਵੀ ਸਾਡੀ ਇਸ ਸ੍ਰੀ ਸਾਹਿਬ ਦੀ ਪਿਆਸ ਬੁਝਾਉਣ ਵਾਸਤੇ ਸਾਰੇ ਸਿੱਖਾਂ ਵਿੱਚੋਂ ਸਾਨੂੰ ਇੱਕ ਸਿਰ ਚਾਹੀਦਾ। ਵਿਦਵਾਨ ਪੁਰਸ਼ ਕਹਿੰਦੇ 80,000 ਦਾ ਇਕੱਠ ਸੀ, ਇੱਕ ਗੁਰਮੁਖ ਪਿਆਰਾ ਉੱਠਿਆ ਸੀ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਲੈ ਕੇ ਬਾਂਹ ਫੜ ਕੇ ਸਟੇਜ ਤੇ ਆਏ ਸੀ ਤੇ ਪੁੱਛਿਆ ਤੇਰਾ ਨਾਮ? ਉਹਨੇ ਆਖਿਆ ਜੀ ਦਇਆ ਰਾਮ। ਮੈਂ ਆਖਿਆ ਕਮਾਲ ਹੋ ਗਈ ਹੈ, ਜਿਹੜਾ ਕਾਰਜ ਅਸੀਂ ਕਰਨ ਲੱਗੇ ਆ ਇਹਦੇ 'ਚ ਦਇਆ ਬਹੁਤ ਜ਼ਰੂਰੀ ਸੀ, ਆ ਜਾ ਭਾਈ ਤੂੰ। ਸਿਰ ਉਹਦਾ ਸਾਧ ਸੰਗਤ ਜੀ ਵੱਖਰਾ ਕੀਤਾ ਧੜ ਤੋਂ। ਮਹਾਰਾਜ ਜੀ ਨੇ ਫਿਰ ਆਖਿਆ ਅਜੇ ਨਹੀਂ ਜੀ ਗੱਲ ਬਣੀ, ਅਜੇ ਸਾਡੀ ਸ੍ਰੀ ਸਾਹਿਬ ਦੀ ਪਿਆਸ ਨਹੀਂ ਮਿਟੀ ਗੁਰਮਖੋ, ਇੱਕ ਸਿਰ ਕੋਈ ਗੁਰੂ ਵਾਸਤੇ ਧਰਮ ਵਾਸਤੇ ਹੋਰ ਦੇਵੇ। ਤੇ ਫਿਰ ਭਾਈ ਧਰਮਚੰਦ ਜੀ ਉੱਠੇ ਸਨ, ਪੁੱਛਿਆ ਤੇਰਾ ਕੀ ਨਾਂ ਹੈ? ਆਖਿਆ ਜੀ ਧਰਮਚੰਦ। ਮਹਾਰਾਜ ਨੇ ਆਖਿਆ ਬਸ ਜਿਹੜਾ ਧਰਮ ਦਾ ਕਾਰਜ ਕਰਨ ਲੱਗੇ ਆ ਤੇਰਾ ਆਉਣਾ ਵੀ ਬਹੁਤ ਜ਼ਰੂਰੀ ਸੀ। ਵਿਦਵਾਨ ਕਹਿੰਦੇ ਯਕੇ ਬਾਅਦ ਦੀਗਰੇ 5 ਸਿਰ ਕਲਗੀਧਰ ਪਾਤਸ਼ਾਹ ਜੀ ਨੇ ਲਏ, ਆਪਣੇ ਆਤਮਿਕ ਬਲ ਨਾਲ ਸਾਧ ਸੰਗਤ ਜੀ ਸਰਜੀਤ ਕੀਤਾ ਉਹਨਾਂ ਨੂੰ। ਅੱਜ ਤਾਂ ਸਾਡੇ ਵੀਰ ਕਹਿੰਦੇ ਨਾ ਜੀ ਹੋ ਨਹੀਂ ਸਕਦਾ ਜੀ, ਅੰਦਰ ਤਾਂ ਐਂ ਕਰ ਦਿੱਤਾ ਸੀ, ਉਹ ਕਰ ਦਿੱਤਾ ਸੀ। ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਇਹ ਇਲਾਕਾ, ਉਹਨਾਂ ਨੇ ਇੱਥੇ ਬੀੜ ਬਾਬਾ ਬੁੱਢਾ ਸਾਹਿਬ ਦੀ ਸਟੇਜ ਤੇ ਇਹ ਗੱਲ ਆਖੀ ਸੀ, ਇੱਕ ਗੁਰਮੁਖ ਵਿਦਵਾਨ ਦੇ ਮੂੰਹ ਤੇ ਜਿਹਨੇ ਇਹ ਗੱਲ ਬੋਲੀ ਸੀ ਵੀ ਗੁਰਮੁਖੋ ਮਹਾਰਾਜ ਸਿੱਖਾਂ ਦੇ ਸਿਰ ਨਹੀਂ ਵੱਢਦੇ। ਗੁਰੂ ਸਾਹਿਬ ਜੀ ਨੇ ਅੰਦਰ ਬੱਕਰੇ ਵੱਢੇ ਤੇ ਉਂਝ ਆਖ ਦਿੱਤਾ ਜੀ ਮੈਂ ਸਿੱਖ ਦੇ ਸਿਰ ਵੱਢੇ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਖਿਆ ਸੀ ਗੁਰਮੁਖੋ ਜਿਸ ਕੌਮ ਦਾ ਜਿਸ ਪੰਥ ਦਾ ਗੁਰੂ ਫਰੇਬੀ ਝੂਠਾ ਤੇ ਛਲੀਆ ਹੋਵੇ, ਉਹਦਾ 7 ਤੇ 9 ਸਾਲ ਦਾ ਪੁੱਤਰ ਕਦੀ ਨੀਹਾਂ 'ਚ ਖਲੋ ਕੇ ਨਹੀਂ ਕਹਿ ਸਕਦਾ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਜੇ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਸਿੱਖ ਦਾ ਸਿਰ ਚਾਹੀਦਾ ਤੇ ਗੁਰੂ ਨੇ ਸਿੱਖ ਦਾ ਹੀ ਸਿਰ ਸਾਧ ਸੰਗਤ ਜੀ ਲਿਆ, ਕਿਉਂਕਿ ਮਹਾਰਾਜ ਦਾ ਆਪਣਾ ਬਚਨ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਗੁਰੂ ਸਾਹਿਬ ਕਹਿੰਦੇ ਧਰਮੀ ਬੰਦੇ ਦੀ ਨਿਸ਼ਾਨੀ ਹੈ ਗੁਰਮੁਖੋ ਸੱਚ ਬੋਲਣਾ ਚਾਹੀਦਾ। ਬਿਲਕੁਲ ਸਿਰ ਤੇ ਵੀ ਆ ਜ਼ਿੰਦਗੀ ਦੀ ਵੀ ਤੇ ਵੀ ਆਣ ਬਣੇ ਤੇ ਗੁਰੂ ਕਾ ਸਿੱਖ ਝੂਠ ਨਾ ਬੋਲੇ। ਗੁਰੂ ਕਿਵੇਂ ਝੂਠ ਬੋਲ ਸਕਦਾ? ਸੰਤਾਂ ਨੇ ਆਖਿਆ ਇਹਨਾਂ ਨੇ ਬੋਲ ਦਿੱਤਾ ਵਿਦਵਾਨਾਂ ਨੇ, ਪਰ ਇਹ ਬਾਣੀ ਕੋਈ ਨਹੀਂ ਪੜ੍ਹਦੇ। ਅਗਰ ਬਾਣੀ ਪੜ੍ਹਦੇ ਹੁੰਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਸਤਿਗੁਰੂ ਮੇਰਾ ਮਾਰਜੀ ਵੱਲ ਹੈ, ਸਤਿਗੁਰੂ ਮੇਰਾ ਸਰਬ ਪ੍ਰਤਪਾਲ ਹੈ। ਗੁਰੂ ਉਹ ਸ਼ਕਤੀ ਹੈ ਜਿਹੜੀ ਮਾਰ ਕੇ ਜਿਉਂਦਾ ਕਰ ਸਕਦੀ। ਚਲੋ ਗੁਰੂ ਸਾਹਿਬ ਦੀ ਗੱਲ ਤਾਂ ਆਪਾਂ ਇੱਕ ਪਲ ਹੀ ਪਾਸੇ ਰੱਖ ਲਈਏ। ਆ ਬਾਬਾ ਦੀਪ ਸਿੰਘ ਜੀ ਦਾ ਨਗਰ ਹੈ, ਸਾਡੇ ਵੀਰ ਤਾਂ ਇਹ ਵੀ ਨਹੀਂ ਮੰਨਦੇ ਵੀ ਬਾਬਾ ਜੀ ਨੇ ਸੀਸ ਆਪਣੀ ਤਲੀ ਤੇ ਰੱਖਿਆ ਸੀ। ਉਹ ਤਾਂ ਕਹਿੰਦੇ ਜੀ ਟੱਕ ਲੱਗਾ ਸੀ ਤੇ ਉਹਨੂੰ ਹੱਥ ਦਾ ਆਸਰਾ ਦੇ ਲਿਆ। ਅੱਛਾ ਇੰਨਾ ਕੁ ਟੱਕ ਲੱਗਾ ਸੀ ਵੀ ਮਤਲਬ ਆਪਾਂ ਨੂੰ ਆਸਰਾ ਦੇਣਾ ਪਿਆ ਬਾਬਾ ਜੀ ਨੂੰ, ਇਹ ਕਹਿਣਾ ਪਿਆ ਆਪਾਂ ਨੂੰ ਵੀ ਬਾਬਾ ਜੀ ਨੂੰ ਆਸਰਾ ਦੇਣਾ ਪਿਆ। ਕਿਸੇ ਦੀ ਗਰਦਨ ਨੂੰ ਇੰਨਾ ਕੁ ਟੱਕ ਲਾ ਦਿਓ ਭਈ ਉਹਨੂੰ 3 ਮੀਲ ਆਸਰਾ ਦੇ ਕੇ ਇੱਕ ਹੱਥ ਨਾਲ ਖੰਡਾ ਫੜ ਕੇ 18 ਸ਼ੇਰ ਦਾ ਲੜਨਾ ਪਵੇ। ਇਹ ਸਿਰਫ ਕਹਿ ਹੀ ਦਿੰਦੇ ਨੇ ਕਿਉਂਕਿ ਅੰਦਰੋਂ ਵਿਸ਼ਵਾਸ ਜਿਨ੍ਹਾਂ ਦਾ ਕੱਚਾ ਹੈ। ਉਹਨੂੰ ਕਹੋ ਤੇਰੀ ਗਰਦਨ ਤਾਂ ਛੱਡੀ, ਤੇਰੀ ਲੱਤ ਜਾਂ ਬਾਹ ਨੂੰ ਉਹਨਾਂ ਕੁ ਡੂੰਘਾ ਟੱਕ ਲਾ ਦੇਣੇ ਜਿਹਨੂੰ ਹੱਥ ਦਾ ਆਸਰਾ ਦੇਣਾ ਪਵੇ। ਤੂੰ 3 ਮੀਲ ਖਾਲੀ ਤੁਰ ਕੇ ਵਿਖਾਲ ਦੇ, ਤੈਨੂੰ ਮਰ ਜਾਣਗੇ। ਬਾਬਾ ਜੀ ਤਾਂ 3 ਮੀਲ ਖੰਡਾ ਵਾਹੁੰਦੇ ਗਏ ਤੇ ਫਿਰ ਵੀ ਆਖੀ ਜਾਂਦੇ ਇਦਾਂ ਨਹੀਂ ਹੋ ਸਕਦਾ।
ਬਾਬਾ ਦੀਪ ਸਿੰਘ ਜੀ ਨੇ ਜਿਸ ਕਲਾ ਕਰਕੇ, ਜਿਸ ਸ਼ਕਤੀ ਕਰਕੇ ਆਪਣਾ ਲੱਥਾ ਹੋਇਆ ਸੀਸ ਆਪਣੀ ਤਲੀ ਤੇ ਟਿਕਾ ਲਿਆ, ਗੁਰਮੁਖੋ ਅੰਮ੍ਰਿਤ ਦੀ ਸ਼ਕਤੀ ਸੀ ਜਿਹੜਾ ਕਲਗੀਧਰ ਪਾਤਸ਼ਾਹ ਜੀ ਦੇ ਕਰ ਕਮਲਾਂ ਤੋਂ ਪ੍ਰਾਪਤ ਕੀਤਾ ਉਹਨਾਂ ਨੇ, ਉਸੇ ਅੰਮ੍ਰਿਤ ਕਰਕੇ ਹੀ। ਦੂਸਰੇ ਬੰਨੇ ਉਹ ਜਿਹੜਾ ਜਿਹਦੇ ਨਾਲ ਮੁਕਾਬਲਾ ਆਇਆ ਬਾਬਾ ਜੀ ਦਾ, ਉਹ ਕੋਈ ਘੱਟ ਸੂਰਮਾ ਨਹੀਂ ਸੀ। 28 ਸਾਲ ਦਾ ਨੌਜਵਾਨ ਪਠਾਨ ਹੈ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਰਸਤਾ ਰੋਕਣ ਵਾਸਤੇ ਆਇਆ ਸੀ। ਕਿੰਨਾ ਕੁ ਯੋਧਾ ਹੋਵੇਗਾ ਜਿਹਨੇ ਵਾਰ ਕਰਕੇ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਵੱਖਰਾ ਕਰ ਦਿੱਤਾ। ਪੂਰਾ ਸੂਰਮਾ ਸੀ ਉਹ ਮੰਨਿਆ ਹੋਇਆ, ਲੇਕਿਨ ਉਹਦੇ ਚ ਤੇ ਬਾਬਾ ਦੀਪ ਸਿੰਘ ਜੀ ਵਿੱਚ ਸਿਰਫ ਇਹ ਹੀ ਫਰਕ ਸੀ ਭਈ ਸਾਂਝੇ ਵਾਰ ਨਾਲ ਦੋਨਾਂ ਦੇ ਸਿਰ ਉਤਰ ਕੇ ਧਰਤੀ ਤੇ ਡਿੱਗੇ। ਪਠਾਨ ਪੁੱਤਰ ਮੁੜ ਕਦੀ ਨਹੀਂ ਮਾਂ ਨੂੰ ਜੰਮਿਆ, ਪਰ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਕੋਲੋਂ ਸਿੱਖ ਨੇ ਆਖਿਆ, ਬਾਬਾ ਦੀਪ ਸਿਆ ਤੇਰਾ ਪ੍ਰਣ ਕਿੱਥੇ ਰਿਹਾ, ਤੂੰ ਅਰਦਾਸ ਕਰਕੇ ਤੁਰਿਆ, ਮੈਂ ਅੰਮ੍ਰਿਤਸਰ ਆਜ਼ਾਦ ਕਰਵਾ ਕੇ ਆਪਣਾ ਸੀਸ ਦੇਣਾ, ਇੱਥੇ ਡਿੱਗ ਪਿਆ। ਜਥਾ ਜਥੇਦਾਰ ਨਾਲ ਹੁੰਦਾ, ਜਥੇਦਾਰ ਸ਼ਹੀਦੀ ਪਾ ਗਿਆ ਤੇ ਜਥੇ ਦਾ ਕੀ ਬਣੇਗਾ। ਤੇ ਬਾਬਾ ਜੀ ਨੇ ਸੁਣਦਿਆਂ ਸਾਰ ਹੀ ਛੱਡ ਕੇ ਜਕਾਰਾ ਸੱਜੇ ਹੱਥ ਨਾਲ ਸਿਰ ਆਪਣੀ ਖੱਬੀ ਤਲੀ ਤੇ ਰੱਖ ਲਿਆ, ਫੜ ਕੇ ਖੰਡਾ ਜਕਾਰਾ ਛੱਡ ਕੇ ਤੁਰ ਪਏ ਉਸੇ ਵੇਲੇ। ਇਹ ਅੰਮ੍ਰਿਤ ਦੀ ਸ਼ਕਤੀ ਦਾ ਹੀ ਫਰਕ ਸੀ ਗੁਰਮੁਖੋ, ਕਿਉਂਕਿ ਦੂਜੇ ਪਾਸੇ ਅੰਮ੍ਰਿਤ ਹੈ ਨਹੀਂ ਸੀ। ਸੂਰਮਾ ਸੀ ਉਹ, ਯੋਧਾ ਸੀ ਜਿਹਨੇ ਬਾਬਾ ਦੀਪ ਸਿੰਘ ਜੀ ਦਾ ਰਸਤਾ ਰੋਕਿਆ ਸੀ, ਪਰ ਇਧਰਲੇ ਬੰਨੇ ਕਲਗੀਧਰ ਪਾਤਸ਼ਾਹ ਜੀ ਦੀ ਵੱਡ ਮੁੱਲੀ ਦਾਤ ਪ੍ਰਾਪਤ ਕੀਤੀ ਬਾਬਾ ਦੀਪ ਸਿੰਘ ਜੀ ਨੇ। ਔਰ ਇਹ ਅਸੀਂ ਕੋਈ ਅੰਨੀ ਸ਼ਰਧਾ ਕਰਕੇ ਨਹੀਂ ਕਹਿੰਦੇ ਭਈ ਉਹ ਬਾਬਾ ਜੀ ਦੇ ਆਪਾਂ ਸ਼ਰਧਾ ਰੱਖਦੇ ਆ, ਪ੍ਰੇਮ ਰੱਖਦੇ, ਤਾਂ ਕਰਕੇ ਗਿਆਨੀ ਗਿਆਨ ਸਿੰਘ ਜੀ ਨੇ ਭਜਨ ਲਿਖੇ। ਮੈਨੂੰ ਯਾਦ, ਮੈਂ ਪਿਛਲੀ ਵਾਰੀ ਵੀ ਤੁਹਾਡੇ ਨਾਲ ਸਾਂਝੇ ਕੀਤੇ ਸਨ, ਕਿਉਂਕਿ ਆਪਾਂ ਉਹਨਾਂ ਦੀ ਯਾਦ ਮਨਾਉਂਦੇ ਪਏ ਹਾਂ, ਉਹਨਾਂ ਦੇ ਨਗਰ ਵਿੱਚ ਬੈਠੇ ਆ। ਉਹਨਾਂ ਲਿਖਿਆ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ, ਉਹ ਕਹਿੰਦੇ ਨੇ ਚੱਲੀ ਤੇਗਤ ਵੇਗ ਸਿਓ ਦਊ ਕੇਰ ਬਲ ਧਾਰ, ਉਤਰ ਗਏ ਸਿਰ ਦੋਨੋਂ ਕੇ ਪਰਸ ਪਰੇ ਇੱਕ ਸਾਰ। ਉਹ ਕਹਿੰਦੇ ਸਿਰ ਦੋਨਾਂ ਦੇ ਉਤਰੇ ਸਨ, ਇੱਕ ਸਾਰ ਡਿੱਗੇ ਸਨ ਧਰਤੀ ਉੱਤੇ, ਦੋਨਾਂ ਦੇ ਉਤਰ ਕੇ। ਢਿੱਗ ਤੇ ਪੇਖੇ ਕਿ ਸਿੱਖ ਨੇ ਕਹਿਓ, ਪ੍ਰਣ ਤੁਮਾਰਾ ਦੀਪ ਸਿੰਘ ਰਹਿਓ, ਸੁਣ ਸਿੱਖ ਤੇ ਨਿਜ ਪ੍ਰਣ ਸੰਭਾਰਾ, ਨਿਜ ਸਿਰ ਬਾਮ ਹਾਥ ਨਿਜ ਧਾਰਾ। ਕਹਿੰਦੇ ਬਾਮ ਖੱਬੇ ਨੂੰ, ਕਹਿੰਦੇ ਸੁਣ ਕੇ ਸਿੱਖ ਕੋਲੋਂ, ਤੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਚੱਕ ਕੇ ਖੱਬੀ ਤਲੀ ਤੇ ਰੱਖ ਲਿਆ ਸੀ, ਤੇ ਦਾहिने ਹੱਥ ਤੱਕ ਖੜਕ ਕਰਾਰਾ ਵਜਨ ਜਾਹੇ ਤਾਂ ਸ਼ੇਰ 18 ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ। ਕਹਿੰਦੇ ਸੱਜੇ ਹੱਥ ਵਿੱਚ ਉਹਨਾਂ ਦੇ ਖੰਡਾ ਸੀ, 18 ਸ਼ੇਰ ਸਾਧ ਸੰਗਤ ਜੀ ਉਹਦਾ ਵਜਨ ਸੀ। ਆਪਾਂ ਨੂੰ 50 ਗ੍ਰਾਮ ਦੀ ਸ੍ਰੀ ਸਾਹਿਬ ਅਗਰ ਚੱਕਣੀ ਪੈ ਜਾਏ, ਆਪਾਂ 20 ਨਖਰੇ ਕਰਦੇ ਹਾਂ। 10-10 ਦਿਨ ਦੇ 7-7 ਦਿਨ ਦੇ ਪ੍ਰੋਗਰਾਮ ਦੇ ਬਾਅਦ ਬੇਨਤੀਆਂ ਕਰਦੇ ਰਹੀਏ ਨਾ ਜੀ, ਤੁਸੀਂ ਅੰਮ੍ਰਿਤ ਛਕੋ, ਤੁਹਾਡਾ ਭਲਾ ਹੋ ਜਾਏਗਾ, ਕਲਗੀਧਰ ਪਾਤਸ਼ਾਹ ਜੀ ਦੀ ਗੋਦ ਦਾ ਆਨੰਦ ਮਾਣੋਗੇ। ਤੇ ਫਿਰ ਵੀ ਜੇ ਕੋਈ ਗੁਰਮੁਖ ਪਿਆਰਾ ਛਕ ਲੈਂਦਾ ਤੇ ਦੂਜੇ ਨੂੰ ਟੀਚਰਾਂ ਕਰਨੀਆਂ ਸ਼ੁਰੂ ਕਰ ਦਿੰਦੇ, ਕਿਰਪਾਨ ਲਗਾ ਲਈ ਇਹਨੇ, ਇਹ ਲਮਕਾ ਲਈ ਜੀ ਹੁਣ ਇਹਨੇ ਗਲ 'ਚ, ਤੇ ਹੁਣ ਬਿੱਲੀ ਚੱਲੀ ਜੇ 900 ਚੂਹਾ ਖਾ ਕੇ ਕਿੱਥੇ ਹੱਜ ਕਰਨ ਵਾਸਤੇ। ਜੇ 900 ਚੂਹਾ ਖਾ ਕੇ ਵੀ ਬਿੱਲੀ ਹੱਜ ਕਰਨ ਤੁਰ ਪਵੇ ਸਾਧ ਸੰਗਤ ਜੀ, ਮੈਂ ਕਹਿੰਦਾ ਫਿਰ ਵੀ ਬਿੱਲੀ ਦੇ ਵੱਡੇ ਹੀ ਭਾਗ ਆ, ਬਚ ਤਾਂ ਗਈ ਨਾ। ਮਾਣ ਨਾਲ ਸਿੱਖ ਕਹਿ ਸਕਦਾ ਅੰਮ੍ਰਿਤ ਛਕਣ ਤੋਂ ਬਾਅਦ ਹੋਏਗਾ ਖਸਮ ਤਾਂ ਲਏਗਾ ਰਾਖ, ਕੋਈ ਮੇਰਾ ਮਾਲਕ ਹੋਇਆ ਤਾਂ ਮੈਨੂੰ ਡੁੱਬਣ ਨਹੀਂ ਦਿੰਦਾ, ਮੈਨੂੰ ਬਚਾਵੇਗਾ ਉਹ, ਕਿਉਂਕਿ ਮੈਂ ਆਪਣੀ ਬਾਂਹ ਕਿਸੇ ਨੂੰ ਫੜਾ ਦਿੱਤੀ ਹੈ, ਹੁਣ ਮੈਂ ਕਿਸੇ ਦਾ ਹੋ ਗਿਆ। ਤੇ ਅੱਜ ਆਪਾਂ ਨੂੰ ਸਿਰ ਨਹੀਂ ਦੇਣਾ ਪੈਂਦਾ। ਪੰਜਾਂ ਪਿਆਰਿਆਂ ਨੇ ਸੀਸ ਦੇ ਕੇ ਅੰਮ੍ਰਿਤ ਲਿਆ ਸੀ। ਜੇ ਅੱਜ ਆਪਾਂ ਨੂੰ ਇਹ ਕਿਹਾ ਜਾਂਦਾ ਨਾ ਗੁਰਮੁਖੋ ਉਠੋ ਆਪਣਾ ਸਿਰ ਦਿਓ ਤੇ ਫਿਰ ਅੰਮ੍ਰਿਤ ਦੀ ਦਾਤ ਲਓ, ਕਿਨੇ ਫਰੀ ਚ ਆਪਾਂ ਨੂੰ ਅੰਮ੍ਰਿਤ ਮਿਲਦਾ ਪਿਆ ਤੇ ਆਪਾਂ ਸੋਚੀ ਜਾਂਦੇ ਆ ਕਿਨੇ ਉੱਠਣਾ ਸੀ ਸਿਰ ਦੇ ਕੇ ਲੈਣਾ ਪੈਂਦਾ। ਤਾਂ ਇਹ ਭਾਈ ਦਇਆ ਸਿੰਘ ਧਰਮ ਸਿੰਘ ਜੀ ਨੂੰ ਨਮਸਕਾਰਾਂ ਨੇ, ਉਹਨਾਂ ਪੰਜਾਂ ਨੂੰ ਜਿਨ੍ਹਾਂ ਨੇ ਸੀਸ ਦੇ ਕੇ ਸਾਧ ਸੰਗਤ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਆਪਾਂ ਨੂੰ ਸੀਸ ਕੋਈ ਨਹੀਂ ਦੇਣਾ ਪੈਣਾ ਅੰਮ੍ਰਿਤ ਦਾ। ਹਾਂ, ਪੰਥ ਲਈ ਸੀਸ ਦੀ, ਪੰਥ ਵਾਸਤੇ ਸੀਸ ਦੇਣ ਦੀ ਲੋੜ ਪਵੇ ਤੇ ਅੰਮ੍ਰਿਤਧਾਰੀ ਨੂੰ ਦੇਣਾ ਚਾਹੀਦਾ, ਪਰ ਉਹਦੀ ਮਰਜ਼ੀ ਆ, ਨਾ ਦੇਵੇ ਤੇ ਲਾਮਾ ਕੋਈ ਨਹੀਂ ਦਿੰਦਾ ਤੇ ਕੋਈ ਲਾਮਾ ਨਹੀਂ ਪਈ, ਤੂੰ ਦਿੱਤਾ ਕਿਉਂ ਨਹੀਂ। ਉਹਨਾਂ ਨੇ ਤੇ ਦਿੱਤਾ ਸੀ ਤੇ ਫਿਰ ਅੰਮ੍ਰਿਤ ਪ੍ਰਾਪਤ ਕੀਤਾ। ਆਪਾਂ ਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀ ਬਖਸ਼ਿਸ਼ ਨਾਲ ਨਵਾਜਿਆ ਭਈ ਤੁਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਗੁਰਮੁਖੋ ਸਵੇਰੇ 5 ਬਾਣੀਆਂ ਪੜ੍ਹਿਆ ਕਰੋ ਉੱਠ ਕੇ, ਕੁਝ ਵਾਹਿਗੁਰੂ ਦਾ ਮੂਲ ਮੰਤਰ ਦਾ ਜਾਪ ਕਰੋ, ਸ਼ਾਮ ਨੂੰ ਰਹਿ ਰਸ ਕੀਰਤਨ ਸੋਲੇ ਦਾ ਪਾਠ ਕਰ ਲਿਆ ਕਰੋ, ਤੁਹਾਡਾ ਬੇੜਾ ਪਾਰ ਹੋ ਜਾਵੇਗਾ। ਇੰਨੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਉੱਪਰ ਕਿਰਪਾ ਕਰ ਦਿੱਤੀ। ਤੇ ਫਿਰ ਵੀ ਸਾਧ ਸੰਗਤ ਜੀ ਆਪਾਂ ਸੋਚਦੇ ਰਹਿੰਦੇ ਆ ਵੀ ਚਲੋ ਹੁਣ ਨਹੀਂ, ਫਿਰ ਛਕ ਲਵਾਂਗੇ, ਫਿਰ ਛਕ ਲਵਾਂਗੇ, ਅਗਲੇ ਸਾਲ ਛਕ ਲਵਾਂਗੇ। ਕਈ ਤਰ੍ਹਾਂ ਦੇ ਬਹਾਨੇ ਆਪਾਂ ਆਪੇ ਸਾਧ ਸੰਗਤ ਜੀ ਘੜ ਲੈਂਦੇ ਆ ਜੇ ਨਹੀਂ ਛਕ। ਕਈ ਇਹ ਵੀ ਕਹਿੰਦੇ ਆ, ਇਹ ਵੀ ਇੱਕ ਵਾਰੀ ਇੱਕ ਨੇ ਆਖਿਆ, ਉਹ ਕਹਿੰਦੇ ਨਹੀਂ ਜੀ ਐਵੇਂ ਤੁਸੀਂ ਆਖੀ ਜਾਂਦੇ, ਉਹ ਜਿਹੜਾ 13 ਦਿਨਾਂ ਦੇ ਨੂੰ ਛਕਾਇਆ ਸੀ ਉਹ ਕਿਹੜਾ ਅੰਦਰੋਂ ਨਿਕਲ ਗਿਆ, ਉਹ ਮੇਰੇ ਅੰਦਰ ਹੀ ਆ ਜਿਹੜਾ ਛੋਟੇ ਹੁੰਦੇ ਨੂੰ ਛਕਾਇਆ ਸੀ। ਹਾਂ ਅੰਦਰ ਹੀ ਹੈ, ਚਲੋ ਉਹਨੂੰ ਤੁਸੀਂ ਪਾਸੇ ਰੱਖ ਲਓ। ਉਵੇਂ ਵੀ ਗੁਰੂ ਸਾਹਿਬ ਜੀ ਦਾ ਬਚਨ ਹੈ, ਨਾਨਕ ਅੰਮ੍ਰਿਤ ਮਨੈ ਮਾਹੇ, ਕਹਿੰਦੇ ਅੰਦਰ ਤੇਰੇ ਹੈਗਾ ਅੰਮ੍ਰਿਤ ਹੈ ਅੰਦਰ ਗੁਰਮੁਖੋ। ਪਰ ਅਗਲਾ ਬਚਨ ਹੈ ਪਾਈਏ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਬਿਨਾ ਉਹਨੇ ਪ੍ਰਗਟ ਨਹੀਂ ਜੇ ਹੋਣਾ। ਅੰਦਰ ਤਾਂ ਰੱਬ ਵੀ ਹੈ ਸਾਰਿਆਂ ਦੇ, ਫਿਰ ਕੀ ਪਾਪ ਨਹੀਂ ਹੁੰਦੇ, ਲੋਕ ਨਰਕਾਂ ਨੂੰ ਨਹੀਂ ਤੁਰੇ ਜਾਂਦੇ, ਪਾਮਰਤਾਈ ਨਹੀਂ ਹੁੰਦੀ, ਸਮਾਜ ਤੋਂ ਜ਼ੁਲਮ ਮਿਟ ਗਿਆ, ਸਾਰਿਆਂ ਦੇ ਅੰਦਰ ਰੱਬ ਹੈ। ਮਹਾਰਾਜ ਜੀ ਨੇ ਆਖਿਆ ਘੜ ਘੜ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਨਵੇਂ ਪਾਤਸ਼ਾਹ ਜੀ ਦੇ ਬਚਨ ਨੇ, ਉਹ ਕਹਿੰਦੇ ਹਰ ਇੱਕ ਦੇ ਹਿਰਦੇ 'ਚ ਰੱਬ ਹੈ, ਪਰ ਜਿੰਨੀ ਦੇਰ ਪ੍ਰਗਟ ਨਹੀਂ ਹੁੰਦਾ ਗੁਰਮੁਖੋ ਉਨੀ ਦੇਰ ਆਪਣਾ ਸਵਾਰਦਾ ਕੁਝ ਨਹੀਂ ਹੈ। ਸਾਰਿਆਂ ਦੇ ਅੰਦਰ ਹੀ ਹੈ ਉਹ ਅੰਮ੍ਰਿਤ, ਪਰ ਉਹਨੂੰ ਪ੍ਰਗਟ ਕਰਨਾ ਪੈਣਾ।
ਪ੍ਰਗਟ ਕਰਨ ਵਾਸਤੇ ਇੱਕ ਕਿਰਿਆ ਜਿਹੜੀ ਹੈ ਉਹ ਕਰਨੀ ਪੈਂਦੀ, ਇੱਕ ਪ੍ਰਕਿਰਿਆ ਦੁਹਰਾਉਣੀ ਪੈਂਦੀ ਹੈ। ਜਿਵੇਂ ਧਰਤੀ 'ਚੋਂ ਆਪਾਂ ਪਾਣੀ ਪ੍ਰਗਟ ਕਰਦੇ, ਬਿਲਕੁਲ ਸਿੱਧੀ ਮਿਸਾਲ ਆਪਣੀ ਪਿੰਡਾਂ ਦੀ, ਆਪਾਂ ਬੋਰ ਕਰਦੇ ਤੇ ਪਾਣੀ ਧਰਤੀ 'ਚੋਂ ਨਿਕਲਦਾ ਨਾ, ਆਪਾਂ ਨੂੰ ਪਤਾ ਹੁੰਦਾ ਬੋਰ ਕਰਨ ਤੋਂ ਪਹਿਲਾਂ ਵੀ ਧਰਤੀ 'ਚ ਪਾਣੀ ਹੈ, ਲੇਕਿਨ ਜਿੰਨੀ ਦੇਰ ਪ੍ਰਗਟ ਨਹੀਂ ਹੁੰਦਾ ਆਪਣਾ ਸਵਾਰ ਦਾ ਕੁਝ ਨਹੀਂ, ਨਾ ਆਪਾਂ ਪੀ ਸਕਦੇ ਹਾਂ, ਨਾ ਬਸਤਰ ਧੋ ਸਕਦੇ ਹਾਂ, ਨਾ ਪਸ਼ੂਆਂ ਨੂੰ ਪਿਲਾ ਸਕਦੇ ਹਾਂ, ਨਾ ਖੇਤੀ ਸਿੰਜ ਸਕਦੇ ਹਾਂ, ਨਾ ਇਸ਼ਨਾਨ ਕਰ ਸਕਦੇ ਹਾਂ। ਧਰਤੀ 'ਚ ਹੈਗਾ, ਸਾਡਾ ਕੀ ਸਵਾਰ ਦਾ? ਹਾਂ, ਬੋਰ ਕਰਕੇ ਉਹਨੂੰ ਪ੍ਰਗਟ ਕਰ ਲਵਾਂਗੇ, ਫਿਰ ਭਾਵੇਂ ਪਿਆਸ ਭਜਾਓ, ਭਾਵੇਂ ਪਸ਼ੂਆਂ ਨੂੰ ਪਿਲਾਓ, ਭਾਵੇਂ ਖੇਤੀ ਸਿੰਜੋ, ਭਾਵੇਂ ਬਸਤਰ ਧੋਵੋ, ਇਸ਼ਨਾਨ ਕਰੋ, ਜੋ ਮਰਜ਼ੀ ਕਰਦੇ ਆਪਾਂ, ਕਿਉਂਕਿ ਪ੍ਰਗਟ ਕਰ ਲਿਆ। ਅੰਮ੍ਰਿਤ ਹੈ ਅੰਦਰ, ਨਾਮ ਅੰਮ੍ਰਿਤ ਹੈ ਸਾਰਿਆਂ ਦੇ, ਪਰ ਉਹਨੂੰ ਪ੍ਰਗਟ ਕਰਨ ਵਾਸਤੇ ਸਾਧ ਸੰਗਤ ਜੀ ਇੱਕ ਬਾਹਰੋਂ ਪ੍ਰਕਿਰਿਆ ਪੂਰੀ ਕਰਨੀ ਪੈਂਦੀ, ਉਹਨੂੰ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ। ਉਹ ਛਕਾਂਗੇ, ਬਾਹਰਲਾ ਅੰਮ੍ਰਿਤ ਅੰਦਰ ਜਾਵੇਗਾ ਤੇ ਅੰਦਰਲੇ ਨੂੰ ਪ੍ਰਗਟ ਕਰ ਲਏਗਾ। ਕਿਉਂਕਿ ਕੋਈ ਚੀਜ਼ ਜਦੋਂ ਪ੍ਰਕਿਰਿਆ ਪ੍ਰਗਟ ਹੁੰਦੀ ਨਾ, ਫਿਰ ਆਪੋ ਆਪਣੀਆਂ, ਜਿਵੇਂ ਵਿਦਵਾਨਾਂ ਨੇ ਆਖਿਆ, ਤੁਸੀਂ ਬਹੁਤ ਵਾਰ ਸੁਣਿਆ ਹੋਣਾ ਵੀ ਬੱਦਲ ਚੜ ਕੇ ਆਵੇ ਤੇ ਮੋਰ ਪੈਲ ਪਾਉਂਦਾ, ਉਵੇਂ ਕਦੇ ਨਹੀਂ ਪਾਉਂਦਾ। ਇੱਕ ਰੁੱਤ ਆਉਂਦੀ ਆ ਤੇ ਕੋਲ ਕੂਕਦੀ ਤੇ ਮਿੱਠੇ, ਜਦੋਂ ਬੂਰ ਪੈਂਦਾ ਅੰਬਾਂ ਨੂੰ ਉਦੋਂ ਕੋਇਲ ਸਾਧ ਸੰਗਤ ਜੀ ਫਿਰ ਆਪਾਂ ਨੂੰ ਗੀਤ ਸੁਣਾਉਂਦੀ, ਉਵੇਂ ਨਹੀਂ। ਤੇ ਫਿਰ ਵੀ ਸਾਡੇ ਵੀਰ ਕਈ ਵਾਰੀ ਕਹਿੰਦੇ ਨੇ ਜੀ ਇਹਦੇ ਨਾਲ ਕੀ ਫਰਕ ਪੈ ਚੱਲਿਆ ਜੀ, ਇਹ ਤੇ ਐਵੇਂ ਨਿਸ਼ਾਨੀਆਂ ਹੀ ਨੇ, ਇਹ ਬਾਹਰੀ ਨਿਸ਼ਾਨੀਆਂ ਦਾ ਕੀ ਫਰਕ ਪੈਂਦਾ, ਇਹਦੇ ਨਾਲ ਕੀ ਗੱਲ ਤੇ ਅੰਦਰ ਦੀ। ਹਾਂ ਠੀਕ ਹੈ, ਬਿਲਕੁਲ ਅੰਦਰ ਗੁਣ ਹੋਣੇ ਚਾਹੀਦੇ ਆ, ਇਕੱਲੇ ਬਾਹਰਲੇ ਲਿਬਾਸ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ, ਪਰ ਅਸਲ ਵਿੱਚ ਬਾਹਰਲਾ ਤੇ ਅੰਦਰਲਾ ਦੋਨੋਂ ਰਲ ਕੇ ਚੱਲਣਗੇ ਤੇ ਇਹ ਗੱਲ ਬਣੇਗੀ। ਅਸਵਾਰ ਪੂਰਾ ਤਕੜਾ ਹੋਵੇਗਾ, ਕਾਮਯਾਬ ਹੋਵੇਗਾ, ਤੇ ਫਿਰ ਹੀ ਸਾਧ ਸੰਗਤ ਜੀ ਪੋਲੋ ਦੇ ਮੈਦਾਨ ਵਿੱਚੋਂ ਜਿੱਤ ਕੇ ਆਵੇਗਾ। ਜੇ ਉਹਦੇ ਕੋਲ ਘੋੜਾ ਵੀ ਤਕੜਾ ਹੋਇਆ, ਜੇ ਅਸਵਾਰ ਤਕੜਾ ਹੋਵੇ, ਘੋੜਾ ਕਮਜ਼ੋਰ ਹੋਵੇ, ਜਿੱਤ ਕੇ ਨਹੀਂ ਜਾ ਸਕਦਾ। ਜੇ ਘੋੜਾ ਤਕੜਾ ਹੋਵੇ, ਅਸਵਾਰ ਮਾੜਾ ਹੋਇਆ, ਤੇ ਜਦੋਂ ਤੇਜ਼ ਭਜਿਆ ਦੌੜ, ਉਹ ਡਿੱਗ ਪਵੇਗਾ ਥੱਲੇ, ਫਿਰ ਵੀ ਉਹਦੀ ਜਿੱਤ ਨਹੀਂ ਜੇ ਹੋਣੀ। ਜੇ ਘੋੜਾ ਤਕੜਾ ਤੇ ਅਸਵਾਰ ਵੀ ਤਕੜਾ ਹੋਵੇ, ਅਸਵਾਰ ਤਕੜਾ ਤੇ ਘੋੜਾ ਵੀ ਤਕੜਾ ਚਾਹੀਦਾ, ਤਾਂ ਹੀ ਜਿੱਤਿਆ ਜਾਵੇਗਾ ਕੰਮ। ਜੇ ਬਾਹਰੋਂ ਆਪਾਂ ਰੱਖਾਂਗੇ ਤੇ ਫਿਰ ਕਿਉਂਕਿ ਇਹ ਸਰੀਰ ਵਾਸਤੇ ਹੈ ਬਾਹਰਲੀ ਮਰਿਆਦਾ, ਅੰਦਰ ਮਹਾਰਾਜ ਜੀ ਨੇ ਸ਼ੁਭ ਗੁਣ ਦਿੱਤੇ ਨੇ, ਔਰ ਬਾਹਰਲਿਆਂ ਦਾ ਹੀ ਮਤਲਬ ਸਾਧ ਸੰਗਤ ਜੀ ਅੰਦਰ ਵੀ ਜਾਵੇਗਾ। ਆਪਾਂ ਇਹ ਬਹਾਨਾ ਨਹੀਂ ਬਣਾ ਸਕਦੇ ਵੀ ਅੰਦਰ ਸ਼ੁਭ ਗੁਣ ਚਾਹੀਦੇ ਨੇ ਤੇ ਬਾਹਰ ਮੈਨੂੰ ਕੀ ਲੋੜ ਹੈ। ਇਹ ਉੱਥੋਂ ਦਾ ਜਿੱਥੇ ਮੈਂ ਰਹਿਣਾ, ਚਲੋ ਬਾਹਰੋਂ ਆਇਆ ਯੂਕੇ ਤੋਂ, ਉੱਥੇ ਦੋ ਗੁਰਮੁਖ ਪਿਆਰੇ ਇੱਕ ਫੈਕਟਰੀ 'ਚ ਕੰਮ ਕਰਦੇ ਸਨ। ਇੱਕ ਅੰਮ੍ਰਿਤਧਾਰੀ ਹੈ, ਇੱਕ ਅੰਮ੍ਰਿਤਧਾਰੀ ਨਹੀਂ ਪਰ ਗੁਰਮੁਖ ਹੈ, ਉੱਦਾਂ ਬਹੁਤ ਚੰਗੇ ਗੁਣਾਂ ਦਾ ਮਾਲਕ ਹੈ। ਉੱਥੇ ਗਏ, ਗਿਆਨੀ ਦਵਿੰਦਰ ਸਿੰਘ ਜੀ ਉਮਰਪੁਰੇ ਤੋਂ ਹੈ, ਦਮਦੀਪ ਟਕਸਾਲ ਦੇ, ਉਹ ਵਿਦਵਾਨ ਨੇ ਗੁਰਮੁਖ। ਉਹ ਕਥਾ ਕਰਨ ਵਾਸਤੇ ਗਏ, 7 ਦਿਨ ਦਾ ਉਹਨਾਂ ਦਾ ਪ੍ਰੋਗਰਾਮ ਸੀ। ਤੇ ਉਹ ਅੰਮ੍ਰਿਤਧਾਰੀ ਗੁਰਮੁਖ ਪਿਆਰਾ ਰੋਜ਼ ਗੁਰਦੁਆਰਾ ਸਾਹਿਬ ਆਪਣੇ ਸੁਭਾਅ ਅਨੁਸਾਰ ਆਇਆ। ਜਦੋਂ ਉਹਨਾਂ ਨੇ ਕਥਾ ਸੁਣੀ, ਉਹਨਾਂ ਨੂੰ ਚੰਗਾ ਲੱਗਾ, ਬੜਾ ਆਨੰਦ ਬਣਿਆ। ਉਹਨਾਂ ਨੇ ਅਗਲੇ ਦਿਨ ਜਾ ਕੇ ਫੈਕਟਰੀ 'ਚ ਉਹਦੇ ਨਾਲ ਗੱਲ ਕੀਤੀ, ਕਹਿੰਦੇ ਅੱਜ ਆਪਾਂ ਨਾ ਸਮਾਪਤੀ ਕਰਕੇ ਤਾਂ ਗੁਰਦੁਆਰਾ ਸਾਹਿਬ ਜਾਣਾ। ਉੱਥੇ ਗਿਆਨੀ ਦਵਿੰਦਰ ਸਿੰਘ ਜੀ ਆਏ ਨੇ ਤੇ ਆਪਾਂ ਬੜਾ ਕਮਾਲ ਦੀ ਕਥਾ ਚੱਲਦੀ ਪਈ, ਪ੍ਰਸੰਗ ਵਧੀਆ, ਆਪਾਂ ਸੁਣਨਾ। ਉਹ ਜਿਹੜਾ ਅੰਮ੍ਰਿਤਧਾਰੀ ਨਹੀਂ ਸੀ, ਉਹ ਕਹਿੰਦਾ ਦੇਖੋ ਜੀ, ਤੁਹਾਨੂੰ ਪਤਾ ਮੇਰੇ ਕੋਲ ਟਾਈਮ ਨਹੀਂ ਹੁੰਦਾ, ਕਿਉਂਕਿ ਮੈਂ ਘਰੇ ਪ੍ਰਕਾਸ਼ ਕੀਤਾ, ਮੈਂ ਘੰਟਾ ਡੇਢ ਘੰਟਾ ਸਹਿਜ ਪਾਠ ਕਰਨਾ ਹੁੰਦਾ, ਜਾ ਕੇ ਇਸ਼ਨਾਨ ਕਰਕੇ ਉਹ ਕਰਕੇ ਫਿਰ ਆਪਣਾ ਨਿਤਨੇਮ ਕਰਕੇ ਫਿਰ ਮੇਰੇ ਕੋਲੇ ਗੁਰਦੁਆਰਾ ਸਾਹਿਬ ਜਾਣ ਜੋਗਾ ਟਾਈਮ ਨਹੀਂ। ਉਹ ਕਹਿੰਦੇ ਨਹੀਂ ਜੀ, ਤੁਸੀਂ ਆਓ, ਮੈਂ ਤੁਹਾਨੂੰ 2-4 ਵਾਰੀ ਬੇਨਤੀ ਕੀਤੀ ਪਰ ਤੁਸੀਂ ਟਾਲ ਦਿੰਦੇ ਆ। ਹੁਣ ਕੁਦਰਤੀ ਉਹ ਆਏ ਨੇ, ਬਹੁਤ ਵਧੀਆ ਪ੍ਰਕਰਨ ਚੱਲਦਾ ਪਿਆ, ਤੁਸੀਂ ਸੁਣੋ। ਉਹ ਕਹਿੰਦੇ ਨਹੀਂ, ਮੈਂ ਤੁਹਾਨੂੰ ਪਤਾ, ਮੇਰਾ ਨਿਯਮ ਹੈ, ਮੈਂ ਜਾ ਕੇ ਕੁਝ ਅੰਗ ਬਾਣੀ ਦੇ ਪੜ੍ਹਨੇ ਹੁੰਦੇ, ਮੈਂ ਜਾ ਨਹੀਂ ਸਕਦਾ ਗੁਰਦੁਆਰਾ ਸਾਹਿਬ। ਉਹ ਕਹਿੰਦਾ ਨਹੀਂ, ਤੂੰ ਇਉਂ ਕਰ ਵੀ ਅਰਦਾਸ ਕਰਦੇ ਮਹਾਰਾਜ ਦੇ ਅੱਗੇ, ਭਈ ਜਿੰਨੇ ਦਿਨ ਗੁਰਦੁਆਰਾ ਸਾਹਿਬ ਕਥਾ ਚੱਲਦੀ ਪਈ, ਉਹਨੇ ਦਿਨ ਅਗਰ ਤੂੰ ਸਹਿਜ ਪਾਠ ਨਹੀਂ ਕਰਦਾ, ਜਿਹੜਾ ਪਾਪ ਲੱਗਣਾ ਉਹ ਮੈਨੂੰ ਲੱਗ ਜਾਏ, ਪਰ ਤੂੰ ਗੁਰਦੁਆਰਾ ਸਾਹਿਬ ਚੱਲ ਇੱਕ ਵਾਰੀ। ਫਿਰ ਉਹਨੂੰ ਮੰਨਣਾ ਪਿਆ। ਉਹ ਕਹਿੰਦਾ ਚਲੋ ਨਹੀਂ, ਆਪਾਂ ਅਰਦਾਸ ਤਾਂ ਨਹੀਂ ਕਰਨੀ, ਪਰ ਚਲੋ ਗੁਰਦੁਆਰਾ ਸਾਹਿਬ ਜਾਂਦੇ ਆ। ਜਦੋਂ ਗੁਰਦੁਆਰਾ ਸਾਹਿਬ ਆਏ, ਐਸਾ ਕੋਈ ਅਕਾਲ ਪੁਰਖ ਵਾਹਿਗੁਰੂ ਨੇ ਨੇਤ ਬਣਾ ਦਿੱਤੇ। ਜਦੋਂ ਉਹਨਾਂ ਨੇ ਆਣ ਕੇ ਬੈਠ ਕੇ ਕਥਾ ਆਰੰਭ ਕੀਤੀ ਤੇ ਕਥਾ 40 ਅੰਮ੍ਰਿਤ ਦੇ ਬਾਰੇ ਰਹੀ ਸੀ। ਗਿਆਨੀ ਜੀ ਨੇ ਅੰਮ੍ਰਿਤ ਦੀ ਮਹਾਨਤਾ ਦੱਸੀ। ਉਹਨਾਂ ਦੱਸਿਆ ਵੀ ਇਸ ਅੰਮ੍ਰਿਤ ਤੋਂ ਬਿਨਾਂ ਜਿਸ ਮਨੁੱਖ ਦਾ ਸਿੱਖਾਂ ਦੇ ਘਰੇ ਜਨਮ ਹੋ ਗਿਆ ਗੁਰਮੁਖ, ਉਹਦਾ ਤਾਂ ਨਹੀਂ ਜੇ ਹੋਰ ਕੋਈ ਬਹਾਨਾ ਹੈਗਾ, ਔਰ ਇਹਦੀ ਲੋੜ ਕੀ ਆਪਾਂ ਨੂੰ ਆਪਣੇ ਜੀਵਨ ਵਿੱਚ। ਗੁਰੂ ਤੋਂ ਬਿਨਾਂ ਆਪਣਾ ਬੇੜਾ ਪਾਰ ਹੋ ਹੀ ਨਹੀਂ ਸਕਦਾ। ਜਦੋਂ ਉਹਨਾਂ ਨੇ ਵਿਆਖਿਆ ਕਰਕੇ ਮਹਾਰਾਜ ਜੀ ਦੇ ਸ਼ਬਦਾਂ ਦੀ ਦੱਸੀ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਉਹਦੀਆਂ ਅੱਖਾਂ 'ਚੋਂ ਪਾਣੀ ਵਗਣ ਲੱਗ ਪਿਆ। ਜਿਹੜਾ ਬੰਦਾ ਪਹਿਲੀ ਵਾਰੀ ਆਇਆ ਸੀ, ਜਿਹੜਾ ਕਹਿੰਦਾ ਸੀ ਮੈਂ ਘਰੇ ਪਾਠ ਕਰਦਾ ਹੁੰਦਾ, ਮੇਰੇ ਕੋਲ ਗੁਰਦੁਆਰੇ ਜਾਣ ਦਾ ਸਮਾਂ ਨਹੀਂ, ਦੇਖੋ ਬਾਣੀ ਪੜ੍ਹਨ ਵਾਲਾ ਸੀ ਉਹ। ਜਦੋਂ ਉੱਠ ਕੇ ਗਏ ਤੇ ਉਹ ਕਹਿੰਦਾ ਬਈ ਹੁਣ ਜਿੰਨੇ ਦਿਨ ਇਹ ਰਹਿਣਗੇ ਆਪਾਂ ਗੁਰਦੁਆਰਾ ਸਾਹਿਬ ਆਇਆ ਕਰਨਾ, ਤੁਸੀਂ ਮੈਨੂੰ ਨਾਲ ਲੈ ਲਿਆ ਕਰੋ। ਉਹ ਆਉਂਦੇ ਰਹੇ ਤੇ 2-3 ਦਿਨ ਹੀ ਲੰਘੇ ਸੀ ਤਾਂ ਉਹ ਕਹਿੰਦਾ ਬਈ ਮੇਰੇ ਅੰਮ੍ਰਿਤ ਛਕਣ ਦਾ ਪ੍ਰਬੰਧ ਕਰੋ। ਉਹ ਹੱਸ ਪਏ, ਕਹਿੰਦੇ ਤੁਸੀਂ ਤੇ ਕਹਿੰਦੇ ਸੀ ਵੀ ਮੈਂ ਬਾਣੀ ਪੜ੍ਹਦਾ, ਆਪਣੀ ਧਰਮ ਦੀ ਕਿਰਤ ਕਰਦਾ, ਨਿਤਨੇਮ ਵੀ ਕਰਦਾ, ਸਹਿਜ ਪਾਠ ਮੇਰਾ ਰੋਜ਼ ਚੱਲਦਾ ਹੈ,
ਮੈਨੂੰ ਅੰਮ੍ਰਿਤ ਦੀ ਕੀ ਜ਼ਰੂਰਤ, ਕਿਉਂਕਿ ਪਹਿਲਾਂ ਮੈਨੂੰ ਕਹਿੰਦੇ ਰਹਿੰਦੇ ਸੀ ਤੂੰ ਅੰਮ੍ਰਿਤ ਛਕ ਲੈ, ਜੇ ਤੂੰ ਐਡਾ ਨੇਕ ਹੈ ਭਲਾ ਹੈ ਤੇ ਭਾਈ ਇੰਨੀ ਕੁ ਕਸਰ ਹੈ ਪੂਰੀ ਕਰੋ। ਕਹਿੰਦਾ ਜ਼ਰੂਰਤ ਹੀ ਨਹੀਂ ਹੈਗੀ ਆਪਾਂ ਨੂੰ, ਮੈਂ ਕਿਸੇ ਦਾ ਹੱਕ ਨਹੀਂ ਖਾਂਦਾ, ਝੂਠ ਨਹੀਂ ਬੋਲਦਾ, ਚੋਰੀ ਨਹੀਂ ਕਰਦਾ, ਮੈਂ ਕਿਸੇ ਡਾਕਾ ਨਹੀਂ ਮਾਰਦਾ, ਆਪਣੀ ਕਿਰਤ ਕਰਦਾ ਪਿਆ, ਘਰੇ ਪ੍ਰਕਾਸ਼ ਕੀਤਾ ਮਹਾਰਾਜ ਦਾ, ਸਹਿਜ ਪਾਠ ਮੇਰਾ ਚੱਲਦਾ ਪਿਆ, ਨਿਤਨੇਮੀ ਮੈਂ ਆ, ਮੈਨੂੰ ਜ਼ਰੂਰਤ ਕੀ ਹੈ, ਅੱਜ ਕੀ ਲੋੜ ਪੈ ਗਈ। ਉਹਦੀਆਂ ਅੱਖਾਂ ਫਿਰ ਉਹ ਕਹਿੰਦਾ ਨਹੀਂ, ਮੇਰੀ ਬੇਨਤੀ ਹੈ ਵੀ ਮੈਨੂੰ ਅੰਮ੍ਰਿਤ ਛਕਾ ਕੇ ਲਿਆਓ। ਫਿਰ ਉਹਨੂੰ ਅੰਮ੍ਰਿਤ ਛਕਾ ਕੇ ਲਿਆਏ। ਗੁਰਮੁਖੋ, ਮਹਾਨਤਾ ਦਾ ਪਤਾ ਸੰਗਤ ਵਿੱਚ ਆਉਣ ਕਰਕੇ ਹੀ ਲੱਗਣਾ। ਆਪਣੇ ਆਪ ਵਿੱਚ ਬੰਦਾ ਨੇਕ ਹੈ, ਬਹੁਤ ਚੰਗੀ ਗੱਲ ਹੈ, ਭਲਾ ਹੈ, ਬਹੁਤ ਚੰਗੀ ਗੱਲ ਹੈ, ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਇੱਕ ਚੰਗਾ ਗੁਣ ਹੈ, ਉਹ ਚੰਗਾ ਗੁਣ ਤੇ ਹਰ ਧਰਮ ਦੇ ਬੰਦੇ 'ਚ ਚਾਹੀਦਾ ਹੈ। ਇਹ ਜ਼ਰੂਰਤ ਨਹੀਂ ਵੀ ਇਹ ਚੰਗੇ ਗੁਣ ਸਿਰਫ ਸਿੱਖ ਵਿੱਚ ਹੀ ਹੋਣ, ਹਰ ਧਰਮ ਦੇ ਬੰਦੇ ਨੂੰ ਨੇਕ ਤੇ ਭਲਾ ਪੁਰਸ਼ ਹੋਣਾ ਚਾਹੀਦਾ ਹੈ। ਪਰ ਸਿੱਖਾਂ ਦੇ ਘਰੇ ਜਿਹਨੇ ਜਨਮ ਲੈ ਲਿਆ ਗੁਰਮੁਖੋ, ਉਹਨੂੰ ਅੰਮ੍ਰਿਤ ਛਕਣਾ ਹੈ ਟੂ ਹੋ ਗਿਆ। ਮਹਾਰਾਜ ਨੇ ਅਤੀ ਜ਼ਰੂਰੀ ਕਰ ਦਿੱਤਾ, ਕਿਉਂਕਿ ਇਹ ਮਰਿਆਦਾ ਬਣਾ ਦਿੱਤੀ ਕਲਗੀਧਰ, ਨਹੀਂ ਤਾਂ ਲੋੜ ਨਹੀਂ ਸੀ ਮਹਾਰਾਜ ਜੀ ਨੂੰ। ਦੇਖੋ ਆਪਣੀ ਤਵਾਰੀਖ ਹੈ, ਪੜ੍ਹ ਲਿਆ ਕਰੋ ਕਦੇ। ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ, ਉਹਨਾਂ ਦੇ ਅੰਦਰੋਂ ਸਾਧ ਸੰਗਤ ਜੀ ਉਹ ਬਾਣੀ ਨੇ ਪਾਣੀ ਉੱਤੇ ਅਸਰ ਕੀਤਾ ਤੇ ਅੰਮ੍ਰਿਤ ਬਣ ਗਿਆ। ਜਿਨ੍ਹਾਂ ਦੀ ਬਾਣੀ ਬਾਟੇ 'ਚ ਨਜ਼ਰ ਟਿਕਾਉਣ ਕਰਕੇ ਪਾਣੀ ਨੂੰ ਅੰਮ੍ਰਿਤ ਬਣਾ ਦਿੰਦੀ, ਉਹਨਾਂ ਨੂੰ ਆਪ ਨੂੰ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ ਸੀ। ਪਰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਦਸਵੇਂ ਪਾਤਸ਼ਾਹ ਜੀ ਨੇ ਆਖਿਆ, ਭਾਈ ਦਇਆ ਸਿੰਘਾ, ਜਿਹੜੀ ਅੰਮ੍ਰਿਤ ਦੀ ਦਾਤ ਤੁਸੀਂ ਮੇਰੇ ਤੋਂ ਪ੍ਰਾਪਤ ਕੀਤੀ ਹੈ, ਹੁਣ ਤੁਸੀਂ ਵੀਰ ਆਸੋ ਕੇ ਕਹਿੰਦੇ ਨੇ ਮੇਰੀ ਵੀ ਇੱਥੇ ਚੂੜੀ ਤੇ ਪਾਓ, ਮੈਨੂੰ ਵੀ ਚਾਹੀਦਾ ਹੈ। ਭਾਈ ਦਇਆ ਸਿੰਘ ਨੇ ਆਖਿਆ, ਮਹਾਰਾਜ ਇਦਾਂ ਨਹੀਂ ਹੋ ਸਕਦਾ। ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਸਿੱਖ ਨੇ ਗੁਰੂ ਨੂੰ ਕਦੇ ਦੀਖਿਤ ਨਹੀਂ ਕੀਤਾ। ਗੁਰੂ ਤੋਂ ਦੀਕਸ਼ਾ ਲੈਂਦੇ ਨੇ ਸਿੱਖ, ਪਰ ਤੁਸੀਂ ਸਿੱਖ ਤੋਂ ਮੰਗ ਰਹੇ। ਮਹਾਰਾਜ ਨੇ ਆਖਿਆ, ਬਸ ਭਾਈ ਦਇਆ ਸਿੰਘਾ, ਇਹ ਦੇਣਾ ਪੈਣਾ ਤੁਹਾਨੂੰ, ਦਿਓ ਨਾ। ਆਖਿਆ ਮਹਾਰਾਜ ਨਾ, ਇਹ ਦਾਤ ਸਿੱਖ ਗੁਰੂ ਤੋਂ ਲੈਂਦੇ ਆ, ਸਿੱਖ ਗੁਰੂ ਨੂੰ ਦਿੰਦੇ ਨਹੀਂ। ਤੁਸੀਂ ਕਿਵੇਂ ਸਾਡੇ ਤੋਂ ਲੈ? ਇਹਦਾ ਮਤਲਬ ਹੈ ਵੀ ਦੇਣ ਵਾਲਾ ਤਾਂ ਗੁਰੂ ਹੋ ਗਿਆ ਨਾ, ਫਿਰ ਇਦਾਂ ਨਹੀਂ ਹੋ ਸਕਦਾ। ਕਲਗੀਧਰ ਪਾਤਸ਼ਾਹ ਨੇ ਆਖਿਆ, ਦਇਆ ਸਿੰਘ, ਮੈਂ ਕੋਈ ਨਵਾਂ ਕੰਮ ਤਾਂ ਨਹੀਂ ਕੀਤਾ, ਮੈਂ ਉਹੀ ਕੀਤਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਸੀ। ਕਹਿੰਦੇ ਮਹਾਰਾਜ ਕਿਵੇਂ? ਕਲਗੀਧਰ ਪਾਤਸ਼ਾਹ ਨੇ ਆਖਿਆ, ਦਇਆ ਸਿੰਘਾ, ਆਪਣੀ ਤਵਾਰੀਖ ਵੱਲ ਧਿਆਨ ਲਿਜਾ ਕੇ ਦੇਖ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹੀ ਦੇ ਹੁਕਮ ਨੂੰ ਸੱਤ ਕਰਕੇ ਮੰਨਣ ਵਾਲੇ ਪਾਵਨ ਲੈਣਾ ਜੀ। ਜਿਸ ਦਿਨ ਮਹਾਰਾਜ ਜੀ ਨੇ ਉਹਨਾਂ ਨੂੰ ਸਿੰਘਾਸਨ ਤੇ ਬਿਠਾ ਲਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਆਪਣੇ ਸਿੱਖ ਦੀਆਂ ਪਰਿਕਰਮਾ ਕਰਕੇ ਉਹਨਾਂ ਨੂੰ ਮੱਥਾ ਟੇਕਿਆ ਸੀ। ਸਭ ਤੋਂ ਪਹਿਲਾਂ ਆਪਣੇ ਸਿੱਖ ਨੂੰ ਗੁਰੂ ਸਾਹਿਬ ਜੀ ਮੱਥਾ ਟੇਕਦੇ ਪਏ, ਜਿਹੜੇ ਦਿਨ ਦੁਨੀਆ ਦੇ ਵਾਲੀ ਨੇ। ਇਸੇ ਤਰ੍ਹਾਂ ਜੇ ਉਹਨਾਂ ਨੇ ਆਪਣੇ ਸਿੱਖ ਨੂੰ ਇਹ ਮਾਣ ਬਖਸ਼ ਦਿੱਤਾ ਸੀ, ਮੈਂ ਵੀ ਆਪਣੇ ਸਿੱਖ ਨੂੰ ਇਹ ਮਾਣ ਬਖਸ਼ਦਾ ਪਿਆ। ਤੇ ਉਹਨਾਂ ਬੋਲਿਆ ਸੀ, ਮਹਾਰਾਜ ਜੀ ਨੇ ਪਵਿੱਤਰ ਮੁਖ ਤੋਂ ਬੋਲੇ ਸਨ, ਖਾਲਸਾ ਗੁਰੂ ਕਰੋ ਖਾਲਸਾ ਮੈਂ ਅਬ, ਜੈਸੇ ਗੁਰੂ ਨਾਨਕ ਨੇ ਅੰਗਦ ਕੋ ਕੀਨੀਓ, ਅਬ ਅੰਮ੍ਰਿਤ ਛਕਾਵੋ ਮੋਹੇ। ਮਹਾਰਾਜ ਨੇ ਆਖਿਆ, ਹੁਣ ਉਸੇ ਤਰ੍ਹਾਂ ਹੀ ਜੈਸੇ ਤੁਮ ਲੀਨੀਓ, ਸ਼ੰਕ ਨਾ ਕੀਜੈ, ਸਾਵਧਾਨ ਹੋਏ ਦੀਜੈ, ਅੱਜ ਅਬ ਅੰਮ੍ਰਿਤ ਛਕਾਵੋ ਮੋਹੇ, ਜੈਸੇ ਤੁਮ ਲੀਨੀਓ। ਕਹਿੰਦੇ ਦਇਆ ਸਿੰਘਾ, ਮੈਂ ਖਾਲਸੇ ਨੂੰ ਗੁਰੂ ਬਣਾ ਦੇਣ ਲੱਗਾ, ਗੁਰੂ ਨੂੰ ਖਾਲਸੇ 'ਚ ਭੇਦ ਕਰ ਦੇਣ ਲੱਗਾ, ਉਵੇਂ ਹੀ ਜਿਵੇਂ ਆਪਣੇ ਸੇਵਕ ਨੂੰ ਗੁਰੂ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਵਿੱਚ ਭੇਦ ਕਰ ਲਿਆ ਸੀ। ਤੇ ਹੁਣ ਸ਼ੰਕਾ ਨਾ ਕਰ, ਸਾਵਧਾਨ ਹੋ ਕੇ ਪੰਜੇ ਜਾਣੇ ਉਹ ਅੰਮ੍ਰਿਤ ਹੁਣ ਮੈਨੂੰ ਦਿਓ, ਜਿਹੜਾ ਤੁਸੀਂ ਮੇਰੇ ਤੋਂ ਪ੍ਰਾਪਤ ਕੀਤਾ। ਕੀ ਜ਼ਰੂਰਤ ਸੀ ਦਸਵੇਂ ਪਾਤਸ਼ਾਹ ਜੀ ਨੂੰ ਅੰਮ੍ਰਿਤ ਦੀ? ਗੁਰਮੁਖੋ, ਜੇ ਉਹ ਨਹੀਂ ਅੰਮ੍ਰਿਤ ਛਕਦੇ ਤੇ ਕੋਈ ਸ਼ਕਤੀ ਘਟ ਚੱਲੀ ਸੀ, ਸਮਰੱਥਾ ਕਮਜ਼ੋਰ ਹੋ ਜਾਂਦੀ, ਜਾਂ ਫਿਰ ਮਹਾਰਾਜ ਜੀ ਦੇ ਬਚਨਾਂ ਨਾਲ ਸਿੱਖ ਸੱਚਖੰਡ ਨਾ ਜਾਂਦੇ। ਨਹੀਂ, ਗੁਰੂ ਸਦਾ ਹੀ ਸਮਰੱਥ ਹੁੰਦਾ ਹੈ, ਪਰ ਸਿਰਫ ਇਹ ਦੱਸਣ ਵਾਸਤੇ ਵੀ ਇਸ ਅੰਮ੍ਰਿਤ ਤੋਂ ਬਿਨਾਂ ਅਗਰ ਕਲਗੀਧਰ ਪਾਤਸ਼ਾਹੀ ਦਾ ਗੁਜ਼ਾਰਾ ਨਹੀਂ ਹੋ ਸਕਦਾ, ਸਿੱਖ ਦਾ ਕਿਵੇਂ ਹੋ ਸਕਦਾ? ਇਹ ਦੱਸੋ ਤੁਸੀਂ। ਗਿਆਨੀ ਚੰਦਾ ਸਿੰਘ ਜੀ ਨੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਵਾਰੀਖ ਲਿਖੀ, ਸਭ ਤੋਂ ਪਹਿਲਾਂ ਉਹਨਾਂ ਨੇ ਲਿਖਿਆ, ਗਿਆਨੀ ਚੰਦਾ ਸਿੰਘ ਜੀ ਫਿਰੋਜ਼ਪੁਰੀ। ਉਹਨਾਂ ਲਿਖਿਆ, ਜਦੋਂ ਕੇਸਗੜ੍ਹ ਸਾਹਿਬ ਜੀ ਦੀ ਸੇਵਾ ਹੋਈ ਨਾ, ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਉਹਨਾਂ ਦੀ ਦੇਖ ਰੇਖ 'ਚੋਂ ਸੇਵਾ ਹੋਈ ਸੀ। ਜਦੋਂ ਨੀਹਾਂ ਦੀ ਪਟਾਈ ਹੋਈ ਤੇ ਵਿੱਚੋਂ ਤਾਂਬੇ ਦੇ ਪੱਤਰੇ ਨਿਕਲੇ ਸਨ, ਉਹਨਾਂ ਪੱਤਰਿਆਂ ਉੱਪਰ ਕੁਝ ਇਬਾਰਤ ਲਿਖੀ ਹੋਈ ਸੀ, ਉਹਨਾਂ ਦੇ ਉੱਪਰ ਕੁਝ ਅੱਖਰ ਲਿਖੇ ਸਨ। ਕੀ ਲਿਖਿਆ ਸੀ? ਉਹ ਜਿਵੇਂ ਜਿਵੇਂ ਘਟਨਾ ਵਾਪਰੀ ਸੀ ਕੇਸਗੜ੍ਹ ਦੀ ਪਹਾੜੀ ਉੱਪਰ, ਉਹ ਸਾਰਾ ਕੁਝ ਲਿਖਿਆ ਸੀ। ਔਰ ਉਸ ਇਬਾਰਤ ਵਿੱਚ ਇਹ ਅੱਖਰ ਸਨ ਵੀ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਤੋਂ ਬਾਅਦ ਆਪਣੇ ਸਤਿਕਾਰਯੋਗ ਮਾਤਾ ਜੀ ਨੂੰ, ਆਪਣੇ ਸਾਹਿਬਜ਼ਾਦਿਆਂ ਨੂੰ, ਆਪਣੇ ਮਹਿਲਾ ਨੂੰ ਬੁਲਾਇਆ ਤੇ ਫਿਰ ਉਹਨਾਂ ਨੇ ਵੀ ਅੰਮ੍ਰਿਤ ਪ੍ਰਾਪਤ ਕੀਤਾ ਪੰਜਾਂ ਪਿਆਰਿਆਂ ਤੋਂ। ਜੇ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰਾਂ ਨੂੰ, ਬਿੰਦੀ ਪੁੱਤਰਾਂ ਨੂੰ ਸਾਧ ਸੰਗਤ ਜੀ ਅੰਮ੍ਰਿਤ ਦੀ ਜ਼ਰੂਰਤ ਹੈ, ਤੇ ਨਾਦੀ ਪੁੱਤਰ ਨੂੰ ਜ਼ਰੂਰਤ ਕਿਉਂ ਨਹੀਂ? ਅਸਲ ਵਿੱਚ ਨਾਦੀ ਬਣਦਾ ਹੀ ਉਦੋਂ ਹੈ, ਸ਼ਬਦ ਨੂੰ ਜਦੋਂ ਗ੍ਰਹਿਣ ਕਰੇਗਾ ਪੰਜਾਂ ਪਿਆਰਿਆਂ ਤੋਂ। ਇਸ ਕਰਕੇ ਇਹ ਬੇਨਤੀ ਹੈ, ਸਿਰਫ ਬੇਨਤੀ ਆਪਾਂ ਕਰਦੇ ਹਾਂ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ। ਗੁਰਮੁਖੋ, ਬਾਬਾ ਦੀਪ ਸਿੰਘ ਜੀ ਦੀ ਇਸ ਜਨਮ ਭੂਮੀ ਤੇ ਤੁਸੀਂ ਬੈਠੇ ਜੇ, ਆਪਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਚਾਹੀਦੀ ਹੈ ਆਪਣੇ ਭਲੇ ਵਾਸਤੇ। ਹਾਂ, ਨਹੀਂ ਕਰਾਂਗੇ ਠੀਕ ਹੈ, ਆਪਣੀ ਮਰਜ਼ੀ, ਕਿਉਂਕਿ ਇਹ ਜਿਹੜਾ ਅੱਖਾਂ ਨੂੰ ਦ੍ਰਿਸ਼ ਦੇਖਦੀਆਂ ਨਾ ਦੁਨੀਆ ਦੇ ਰੰਗ ਤਮਾਸ਼ੇ, ਬਹੁਤ ਤਰ੍ਹਾਂ ਦਾ ਮਨ ਤੇ ਪ੍ਰਭਾਵ ਪਾਉਂਦੀਆਂ।
समाज का प्रभाव साडा मन कबूलदा है। जो साडियां अखां दे सामने चल रहा ਇਹਦਾ प्रभाव साडे ते हुंदा। इसे करके आपां कहने आ नहीं जी फेर किते असल विच फेर दा ये घड़ी मुड़ी नहीं सत्संग समा मिलदा हुंदा। भाई गुरदास जी ने लिखिया चिरंकाल मानस जन्म नरमोल पाए सफल जन्म गुर चरण शरण कै। चिरंकाल दा अर्थ है चिरकाल तो बादा, बहुत लंबे समय तो बाद ये देह मिली आपां नूं। बहुत देह देखो पशुआं कोले है, पंछियां कोले है, सब कुत्ते बिल्ले देह ही चक्की फिरदे ने, देह ही अपने कोले है। पर फर्क है जिहड़ा शरीर हुण आपां नूं मिलिया ना, इनू महाराज जी ने आख्या 184 जोन सबाई मानस को प्रभ दी वडियाई। इस पौड़ी ते जो नर चुके सो आए जाए दुख पाएगा। आ समा जी ने गवा लिया, आवेगा जावेगा, कुत्ता खोता घोड़ा बनेगा। ये मनना पवेगा आपां नूं गुरु साहब जी के बचनां अनुसार। बहुत लंबा गेड़ पवेगा, फिर जाके वारी आवेगी। क्यों एवें नहीं कबीर साहब ने कबीर मानस जन्म दुलंभ है, होए ना बारे बार। जे बार बार ही मिलना होवे, मान लो मैनू पता होवे भी मैं दोबारा आ जाना और इसे जिले च ही आवांगा, तो फिर महाराज कहते किश खाजा है किश धर जाई है, जे बाहुड़ दुनिया आई है। कुछ कमा के खा लईए, कुछ रख के चल जाइए, आण के खर्च लांगे दूजी वारी। महाराज कहते इदां किसी नूं दूजी वारी मिली नहीं गुरमुखो। जे मिलती होवे आ महाराज दा बचन कहते किश खाजा किश धर जाई है, जे बाहुड़ दुनिया आई है। जे मुड़ के दुनिया ते आ जाना होवे, बंदा कुछ लगा के रख जावे, कुछ खा खर्च जावे, मुड़ के आण के खर्च लांगे। पर कहते मौका मिलता कोई नहीं। कबीर मानस जन्म दुलंभ है, होए ना बार बार जन्म होणगे, लेकिन मानस जन्म नहीं। जे 84 का सरदार इनू आख्या ना, इसे करके आख्या भी समझिए महाराज सच्चे पातशाह जी के बचनों नूं। इत्थे अमृत का बाटा तैयार होना ते अपना छकन करके भला होएगा। गुरमुखो कलगीधर पातशाह जी की गोद का निग मान सकांगे फिर आपां। ये 84 का सरदार इस करके नहीं आख्या भी आप हेरा फेरियां चलाकियां बड़ियां सोहणियां कर सकते हैं, दूजे नूं ठग के बड़े खुश ने, वेखो जी मैं पता नहीं लगन दिता ठगी मार ली फलाने नाल। मस्कीन जी का एक वचन चेते आ गया, कहते गुरमुखो एक बार किसी नाल ठगी मारन नालों चंगा 100 बार ठगे जाओ, तुहाडा कुछ नहीं जे बिगड़दा। माया ठगी जाएगी ना, तुहाडा कोई समान चक लवेगा ना ठग के, तुहानूं कुछ नहीं बिगड़ लगा। पर जदों तुसीं किसी नूं ठगोगे फिर पिछे कुछ नहीं जे रहिंदा। बंदा किसी नाल ठगी मार के खुश होंदा, मैं पता नहीं ओवर कलैवरी करदा, मैं किहड़ा पता लगन दिता जी किसी नूं। ओवर कलैवरी करन दा नाम 84 दी सरदारी नहीं। ठगियां मारनियां, झूठ बोलने, लोगों दी जमीनां ते कब्जे करने, प्लाट माल लैने, किसी दा बटुआ चुक के भज जाना। इसे करके सानू सरदार नहीं आख्या 84 दा माफ करना। इस करके आख्या आपां गुरु साहब जी दे बचन नूं सुन के अपनी सुरत नूं शब्द ना जोड़ सकते। सुनो भाई गुरदास जी दे बचन, वो कहंदे पशुआ मनुख देह अंतर अंतर यही। पशु ते मनुख दी देह च की अंतर है? सिर्फ यही एक अंतर है। केड़ा अंतर है? शब्द सुरत को विवेक अविवेक। कहंदे मनुख अपनी सुरत नूं शब्द नाल जोड़ सकदा है, ते पशु अज्ञानी है, उन्होंने जिन्ना मर्जी उपदेश नाल वो जोड़ नहीं सकता अपनी सुरत नूं। उन्होंने ये गल समझ नहीं आउंदी। पशुआ मनुख देह अंतर अंतर ही, शब्द सुरत को विवेक अविवेक है। पशुआ हरियायो सुनियो अण सुनियो करे, मानस जन्म उपदेश हृदय टेक है। भाई गुरदास जी कहते मनुख जन्म है, गुरु साहब जी के उपदेश नूं तू हृदय च टिका सकदा, जन्म सफला कर सकदा है। पशु नूं इन्नी सोझी परमात्मा ने नहीं बख्शी, ये आपां नूं बख्शी है। ये चंगे माड़े दी सोझी आपां नूं है। इस करके संगती रूप में तुसीं भावें आ मेरियां बच्चियां, मेरियां भैणां जां मातावां ने, भावें तुसीं जे आ बच्चे आ, वीर भरा गुरमुख वड्डे छोटे सारे बैठे है, ये उपदेश महाराज जी का सारिਆਂ ਲਈ ਹੁੰਦਾ, सारिਆਂ ਲਈ। जे वीरां वाले पासे आपां जावांगे ते जिहड़े छकदे छकाउंदे वो कहिंदे नहीं अजे नहीं जी, अजे नहीं जी। क्योंकि जिहड़ा हुण समाज मैं तां हुण किन्ने चिर तो मैं आया नहीं सी, हुण आण के वेखिया भी 500-400 रुपया तुसीं विआह 'च खर्चो ते 5 स्टार होटल वर्गा तुहानूं समान मिलना हुंदा, उत्थे छेती जीव नहीं करदा वाकिया छड्डण लई। पर महाराज कहंदे चख छोडी सैसा नहीं कोई, वो बड़ी खा पी के वेख ली। महाराज कहंदे जिहड़ी चीज़ चख ली उहनूं छड्डण लग्या की संगी जाना, कोई सवास छड्डण लई ते नहीं आख्या तैनूं। बाबा अटल जी ने तो 6वें पातशाह जी का एक बचन मान के सवास ही छड्ड दिते सन। गुरु साहब तो कहते तू शराब ही छड्ड दे, मेरे वाले आ जा। उहदे तो भी आपां बहाने बनाई जाने, कोई किसी तरह कोई किसी तरह कुछ। चलो मेरा कहण नूं नहीं जी करदा, सारे आपां परिवारां वाले आ, बच्चे ने, पर कई बारी फैशन करके आपां कहने नहीं जी फिर इदां कर लिया तो इदां किवें होवेगा जी, जे मैं इदां कर लिया फिर मैं आह नहीं कर सकती। कुछ मावां भैणां भी इदां कहंदियां नहीं नहीं गुरमुखो सोहणे लगण वास्ते आपां शंगार करना ना, आपां कहने अमृत छक लिया तो फिर आ नहीं कर सकांगे, आ नहीं। मेकअप तो करके भेजिया कलगीधर पातशाह जी ने अपना,
ਇਹ ਕੋਈ ਕਸਰ ਨਹੀਂ ਛੱਡੀ ਸੀ ਪ੍ਰਮਾਤਮਾ ਨੇ ਸਾਨੂੰ ਭੇਜਣ ਵੇਲੇ। ਜੇ ਕਸਰ ਛੱਡ ਦੇਦਾ ਮਤਲਬ ਉਹਦੇ ਕੋਲ ਭੁੱਲ ਹੋ ਗਈ? ਨਹੀਂ ਨਹੀਂ, ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ। ਮਹਾਰਾਜ ਪੰਜਵੇਂ ਪਾਤਸ਼ਾਹ ਸੁਖਮਨੀ ਸਾਹਿਬ ਜੀ ਕਹਿੰਦੇ ਜਿਹਨੇ ਤੈਨੂੰ ਸਵਾਰ ਕੇ ਸ਼ਿੰਗਾਰ ਕੇ ਧਰਤੀ ਤੇ ਭੇਜਿਆ। ਹੁਣ ਹੋਰ ਪਿੱਛੇ ਸ਼ਿੰਗਾਰ ਆਪਾਂ ਕਿਹੜਾ ਕਰਨਾ ਗੁਰਮੁਖੋ? ਸ਼ਿੰਗਾਰ ਕੇ ਭੇਜਿਆ। ਜੇ ਉਹ ਨਾ ਸ਼ਿੰਗਾਰ ਕੇ ਭੇਜਦਾ, ਜਿੰਨਾ ਮਰਜ਼ੀ ਮੇਕਅਪ ਕਰ ਲਿਆ ਜੇ ਆ ਨੱਕ ਦੀ ਗੁਲੀ ਕਿਸੇ ਦੀ ਕੱਟੀ ਹੋਵੇ ਤੇ ਕਦੀ ਵੀ ਸੋਹਣਾ ਨਾ ਲੱਗੇ। ਜੇ ਆ ਕੰਨਾਂ ਨੂੰ ਛੱਜੇ ਜੇ ਨਾ ਪ੍ਰਮਾਤਮਾ ਲਾਉਂਦਾ, ਕੱਲੀਆਂ ਮੋਰੀਆਂ ਜਿਹੀਆਂ ਹੁੰਦੀਆਂ, ਕਿੱਧਰ ਜਾਂਦੇ ਆਪਾਂ? ਜੇ ਆ ਅੱਖਾਂ ਦੇ ਉੱਤੇ ਆ ਚਿਮਣੀਆਂ ਨਾ ਲਾਉਂਦਾ, ਭਰਵੱਟੇ ਨਾ ਹੁੰਦੇ, ਫਿਰ ਆਪਾਂ ਕਿੰਨਾ ਕੁ ਸ਼ਿੰਗਾਰ ਲੈਂਦੇ ਆਪਣੇ ਆਪ ਨੂੰ। ਆ ਨਹੁੰਆਂ ਦੇ ਅਗਲੇ ਬੰਨੇ ਹੱਥਾਂ ਦੇ ਨਹੁੰ ਲਾਏ ਨੇ, ਪ੍ਰਮਾਤਮਾ ਨੇ ਸ਼ਿੰਗਾਰ ਕੇ ਤੇ ਭੇਜਿਆ ਗੁਰਮੁਖੋ ਸਾਰਾ ਕੁਝ। ਫਿਰ ਆਪਾਂ ਇਹਨਾਂ ਦੇ ਉੱਤੇ ਕੁਝ ਹੋਰ ਲਾਉਂਦੇ ਆ, ਇੱਧਰ ਕੁਝ ਹੋਰ ਕਰਦੇ ਆ, ਇੱਧਰ ਕੁਝ ਹੋਰ ਕਰਦੇ ਆ। ਆਪਾਂ ਕਹਿੰਦੇ ਇਦਾਂ ਨਹੀਂ। ਮਹਾਰਾਜ ਦੇ ਬਚਨ ਚੇਤੇ ਰੱਖਿਓ, ਕਹਿੰਦੇ ਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਸੋਹਣਾ ਉਹ ਹੈ ਜਿਹੜਾ ਸੰਗਤ ਵਿੱਚ ਆਣ ਕੇ ਬਹਿੰਦਾ। ਉਹ ਮੈਨੂੰ ਸਭ ਤੋਂ ਵੱਧ ਸੋਹਣਾ ਲੱਗਦਾ। ਸਤਿਗੁਰੂ ਜੀ ਨੇ ਕਿਰਪਾ ਕਰਕੇ ਭੇਜੀ ਹੈ। ਮੈਂ ਮਾਫੀ ਮੰਗ ਕੇ ਕਹਿਣਾ, ਮੈਂ ਤਰਕ ਨਹੀਂ ਕਰਦਾ ਪਿਆ। ਤੁਸੀਂ ਸਾਰੇ ਆਪਾਂ ਭੈਣ ਭਰਾ ਹੀ ਆ ਸਾਰੇ, ਪਰ ਕਈ ਵਾਰੀ ਮਨ ਚ ਹੁੰਦਾ ਨਾ ਜੀ, ਜੇ ਇਦਾਂ ਕਰ ਲਿਆ, ਅੰਮ੍ਰਿਤ ਛਕ ਲਿਆ, ਫਿਰ ਆਹ ਨਹੀਂ ਲਾ ਸਕਣਾ, ਉਹ ਨਹੀਂ ਪਾ ਸਕਣਾ। ਗੁਰਮੁਖੋ ਤੁਹਾਨੂੰ ਲਾਉਣ ਦੀ ਲੋੜ ਹੀ ਕੋਈ ਨਹੀਂ। ਪ੍ਰਮਾਤਮਾ ਨੇ ਸਭ ਕਿਰਪਾ ਕਰਕੇ ਭੇਜਿਆ ਆਪਾਂ ਨੂੰ, ਕੋਈ ਕਸਰ ਥੋੜੋ ਛੱਡ ਕੇ ਭੇਜੀ। ਫਿਰ ਵੀ ਆਪਾਂ ਕਹਿੰਦੇ ਆ, ਫਿਰ ਕਈਆਂ ਨੂੰ ਇਹ ਹੁੰਦਾ ਜੀ ਚਲੋ ਇਹ ਮੇਰਾ ਵਿਸ਼ਾ ਨਹੀਂ ਸੀ, ਪਰ ਮੈਨੂੰ ਗੁਰਮੁਖਾਂ ਨੇ ਹੁਕਮ ਲਾ ਦਿੱਤਾ ਜੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, 2-4 ਬੇਨਤੀਆਂ ਸੰਗਤ ਨੂੰ ਜ਼ਰੂਰ ਕਰਿਓ। ਫਿਰ ਆਪਾਂ ਇਹ ਕਹਿੰਦੇ ਜੀ ਅੰਮ੍ਰਿਤ ਛਕ ਲਿਆ, ਫਿਰ ਇਹ ਵੀ ਕਹਿਣਗੇ ਜੀ ਆਪਾਂ ਦਾਜ ਨਹੀਂ ਲੈਣਾ ਜੀ, ਐ ਨਹੀਂ ਕਰਨਾ ਜੀ। ਤੇ ਫਿਰ ਆਪਾਂ ਤਾਂ 5 ਤੋਲੇ ਦਾ ਕੜਾ ਮੰਗਣਾ ਹੁੰਦਾ ਤੇ ਕਹਿਣਾ ਜਿੰਨੇ ਮਿਲਣੀ ਚਾਹੇ ਉਹਨਾਂ ਨੂੰ ਮੁੰਦਰੀਆਂ ਵੀ ਚਾਹੀਦੀਆਂ। ਮੈਂ ਬੇਨਤੀ ਕਰਦਾ ਨਾ ਗੁਰਮੁਖੋ, ਆਪਾਂ ਕਲਗੀਧਰ ਪਾਤਸ਼ਾਹ ਦੇ ਸਿੱਖ ਆ, ਸਹੁਰੇ ਦੇ ਸਿੱਖ ਨਹੀਂ। ਪਿਓ ਸਾਨੂੰ ਕੜਾ ਪਾਵੇਗਾ ਤੇ ਅਸੀਂ ਸਿੱਖ ਬਣਨਾ, ਵੀ ਸਹੁਰਾ ਹੀ ਕੜਾ ਪਾਵੇ ਤਾਂ ਮੈਂ ਸਿੱਖ ਬਣਨਾ। ਸਿੱਖ ਬਣਾਇਆ ਮਹਾਰਾਜ ਨੇ, ਕੜਾ ਦਿੱਤਾ ਸਾਨੂੰ ਸਰਬਲੋਹ ਦਾ। ਸਹੁਰੇ ਦੇ ਸਿੱਖ ਬਣਨਾ ਕਿ 10ਵੇਂ ਪਾਤਸ਼ਾਹ ਜੀ ਦੀ ਆਪਾਂ ਫੈਸਲਾ ਉਹਦੇ ਦਿੱਤਿਆਂ ਪੂਰੀ ਨਹੀਂ ਪੈਣੀ। ਇੱਥੇ ਅਰਦਾਸ ਕਰ ਲਓ ਕਿ ਮਹਾਰਾਜ ਤੁਹਾਡੇ ਕੰਮ 'ਚ ਬਰਕਤ ਪਾ ਦੇਗਾ, ਕਿਸੇ ਤੋਂ ਲੈਣ ਦੀ ਲੋੜ ਹੀ ਨਹੀਂ ਪੈਂਦੀ। ਸੱਚੀ ਗੱਲ ਹੈ, ਬਿਲਕੁਲ ਸੱਚੀ ਗੱਲ ਹੈ। ਝਾਕ ਹੀ ਮੁੱਕ ਜਾਵੇਗੀ ਕਿਸੇ ਤੋਂ ਲੈਣ ਦੀ, ਸਾਨੂੰ ਆਹ ਦੇਵੇ ਆਹ ਦੇਵੇ। ਆਪਾਂ ਬੱਚਾ ਵਿਆਹਣਾ, ਵੇਚਣਾ ਨਹੀਂ। ਮਹਾਰਾਜ ਘਰੇ ਹੀ ਸਭ ਕੁਝ ਦੇ ਦੇਣਗੇ, ਕੋਈ ਕਸਰ ਨਹੀਂ ਰਹਿੰਦੀ। ਸੱਚੀ ਗੱਲ ਹੈ। ਤੁਸੀਂ ਬਾਣੀ ਪੜ੍ਹ ਕੇ ਨਿਤਨੇਮ ਕਰਕੇ ਸੱਚੇ ਪਾਤਸ਼ਾਹ ਦੀ ਅੱਗੇ ਝੋਲੀ ਅੱਡੋ, ਮਹਾਰਾਜ ਸਾਡੀ ਕਮਾਈ 'ਚ ਬਰਕਤ ਪਾਓ। ਕਿਸੇ ਕੋ ਕਿਉਂ ਲੈਣ ਜਾਈਏ? ਤੇ ਕਿਸੇ ਦੇ ਤੇ ਪੂਰੀ ਵੀ ਕਿੰਨਾ ਕਿਦਰ ਪਏਗੀ। ਮਾਨੋ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋ ਵੇਖਿਆ ਭਗਵਾਨ, ਜਿਸ ਕਾ ਦੀਏ ਰਹਿ ਅਗਾਏ ਬਹੁੜ ਨਾ ਤ੍ਰਿਸ਼ਨਾ ਲੱਗ ਗਿਆ। ਮਹਾਰਾਜ ਜੀ ਦੇ ਬਚਨ ਕਹਿੰਦੇ ਉਹ ਮਨੁੱਖ ਨੂੰ ਕਿੰਨਾ ਚਿਰ ਦੇਵੇਗਾ ਤੇ ਬੰਦੇ ਕੋਲੋਂ ਕਿੰਨੀ ਕੁ ਦੇਰ ਲਵੇਗਾ। ਬੰਦਾ ਬੰਦੇ ਨੂੰ ਰਜਾ ਨਹੀਂ ਸਕਦਾ, ਉਹ ਦੇਣ ਵਾਲਾ ਪਰਮੇਸ਼ਰ ਹੈ। ਇੱਕ ਵਾਰ ਝੋਲੀ ਭਰ ਦੇਵੇਗਾ, ਟੋਟ ਹੀ ਨਹੀਂ ਆਵੇਗੀ, ਪੀੜੀਆਂ ਕੋਲੋਂ ਮਨਾ ਮੁੱਕੇਗਾ ਮੁੜ ਕੇ। ਫਿਰ ਕਿਹੜੀ ਗੱਲ ਦਾ ਆਪਾਂ ਬਹਾਨਾ ਬਣਾਉਣਾ? ਇਸ ਕਰਕੇ ਗੁਰੂ ਸਾਹਿਬ ਜੀ ਸਾਧ ਸੰਗਤ ਜੀ ਕਿਰਪਾ ਕਰਨਾ ਆਪਣੇ ਉੱਪਰ। ਮਹਾਰਾਜ ਜੀ ਨੇ ਇਹ ਮਨੁੱਖਾ ਜਨਮ ਆਪਾਂ ਨੂੰ ਦਿੱਤਾ, ਸਫਲ ਕਰੀਏ ਇਹਨੂੰ ਆਪਾਂ। ਅੰਮ੍ਰਿਤਧਾਰੀ ਹੋ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਪਰਸੋਂ ਵੀ ਕੀਤੀ ਸੀ, ਵੀ ਵਾਹਿਗੁਰੂ ਵਾਹਿਗੁਰੂ ਕਰੋ, ਆਪਣਾ ਜਨਮ ਸਫਲ ਹੈ। ਫਿਰ ਗੁਰੂ ਸਾਹਿਬ ਜੀ ਬੈਠੇ ਨੇ, ਇਹ ਉਹ ਖਜ਼ਾਨਾ ਹੈ ਮਹਾਰਾਜ ਜੀ ਦਾ, ਜਿਸ 'ਚ ਕਦੇ ਵੀ ਟੋਟ ਨਹੀਂ ਆਉਂਦੀ। ਕਿਸੇ ਕੋਲੋਂ ਲਵਾਂਗੇ ਤੇ ਪਿੱਛੋਂ ਸੋਚ ਕੇ ਦੇਵੇਗਾ ਕਿੰਨਾ ਕੁ ਦੇ ਸਕਦਾ ਮੈਂ ਇਹਨੂੰ, ਮੇਰੇ ਕੋਲੇ ਕਿੰਨਾ ਕੁ ਬਾਕੀ। ਪਰ ਗੁਰੂ ਸਾਹਿਬ ਜੀ ਕੋਲੇ ਅਟੁੱਟ ਖਜ਼ਾਨਾ, ਅਟੁੱਟ। ਜਿੰਨਾ ਮਰਜ਼ੀ ਮੰਗੋ, ਕੋਈ ਸੰਗ ਨਹੀਂ ਆਪਾਂ ਨੂੰ, ਪਰ ਗੁਰੂ ਵਾਲੇ ਬਣ ਕੇ ਗੁਰੂ ਕਰਾਂਗੇ, ਆਪਣਾ ਭਲਾ ਹੋਵੇਗਾ। ਇਹ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਮੈਂ ਨਿਮਰਤਾ ਨਾਲ ਬੇਨਤੀ। ਇਹਦਾ ਮਤਲਬ ਇਹ ਨਹੀਂ ਵੀ ਮੈਂ ਕੋਈ ਵੱਡਾ ਸਿੱਖ ਹਾਂ ਜਾਂ ਮੈਨੂੰ ਕੋਈ ਸਿੰਘ ਲੱਗੇ ਮੈਂ ਉੱਚੇ ਥਾਂ ਤੇ ਬੈਠਾ, ਨਹੀਂ। ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ, ਪਰ ਮੇਰੀ ਡਿਊਟੀ ਹੈ ਬੇਨਤੀ ਕਰਨੀ। ਮੈਂ ਬਹੁਤ ਡਰ ਕੇ ਬੇਨਤੀ ਕੀਤੀ ਹੈ। ਤੁਸੀਂ ਗੁਰੂ ਰੂਪ ਜੇ ਸਾਧ ਸੰਗਤ ਜੀ, ਬਾਬਾ ਜੀ ਦੇ ਜਨਮ ਸਥਾਨ ਤੇ ਆਪਾਂ ਬੈਠੇ ਹਾਂ, ਅੰਮ੍ਰਿਤਧਾਰੀ ਹੋ ਕੇ ਆਪਾਂ ਜੀਵਨ ਬਤੀਤ ਕਰਨਾ, ਗੁਰੂ ਸਾਹਿਬ ਜੀ ਦੀ ਕਿਰਪਾ ਲੈਣ ਵਾਸਤੇ। ਸਾਰੇ ਪਰਿਵਾਰ ਤੇ ਕਿਰਪਾ ਵਰਤ ਜਾਂਦੀ, ਸੱਚੀ ਗੱਲ ਹੈ। ਮਹਾਰਾਜ ਜੀ ਦੀ ਮਿਹਰ ਹੋ ਜਾਂਦੀ ਹੈ। ਇਸ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਪ੍ਰਬੰਧਕਾਂ ਨੂੰ ਆਪਣੇ ਨਾਮ ਦਿਓ, ਉਸ ਹਿਸਾਬ ਨਾਲ ਸਾਧ ਸੰਗਤ ਜੀ ਸਾਰਾ ਪ੍ਰਬੰਧ ਕਰਨਗੇ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਸੰਤ ਬਾਬਾ ਅਵਤਾਰ ਸਿੰਘ ਜੀ ਦਾ, ਮਹਾਂਪੁਰਸ਼ਾਂ ਦਾ। ਮੈਂ ਕੀ ਕਹਿ ਸਕਦਾ, ਉਹ ਬਹੁਤ ਵੱਡੇ ਨੇ, ਉਹਨਾਂ ਬੇਨਤੀ ਪ੍ਰਵਾਨ ਕੀਤੀ, ਆਏ ਨੇ, ਉਹਨਾਂ ਦਾ ਬਹੁਤ ਧੰਨਵਾਦ ਹੈ।